ਹੁਣ ਇਹ ਸੰਸਾਰ ਇੱਕ ਬੇੜੀ ਹੈ ਤੇ ਇਸ ਬੇੜੀ 'ਚ ਕੋਈ ਰੋਂਦਾ, ਕੋਈ ਹੱਸਦਾ ਹੈ, ਕੋਈ ਚੁੱਪ ਹੈ, ਕੋਈ ਬੋਲਦਾ ਹੈ, ਕੋਈ ਗਰੀਬ ਹੈ, ਕੋਈ ਕਾਲਾ ਹੈ, ਕੋਈ ਉੱਚਾ ਹੈ, ਕੋਈ। ਤੋ ਬਾਬਾ ਕਬੀਰ ਸਾਹਿਬ ਦੁਨਿਆਵੀ ਕਿਸ਼ਤੀ ਦੀ ਗੱਲ ਪੈ ਕਰਦੇ ਨੇ ਤੇ ਮਲਾਹ ਕਹਿਣ ਲੱਗਾ, ਕਬੀਰ ਤੂੰ ਨਾਰਾਜ਼ ਹੈ, ਤੂੰ ਹੀ ਕੋਈ ਗੱਲਬਾਤ ਸੁਣਾ ਦੇ, ਕਿਉਂਕਿ ਕਿਸ਼ਤੀ ਵਿੱਚ ਬੈਠੇ ਸਾਰੇ ਕੋਈ ਨਾ ਕੋਈ ਸੁਣਾਉਂਦੇ ਹੈ, ਹੋਰ ਘੜੀ ਨੂੰ ਆਪਾਂ ਅਗਲੇ ਬੰਨੇ ਲੱਗ ਜਾਣਾ। ਕਬੀਰ ਸਾਹਿਬ ਕਹਿੰਦਾ ਕਿ ਜਦੋਂ ਮੈਂ ਗੱਲ ਸੁਣਾਈ ਤੁਸੀਂ ਸੁਣਨੀ ਨਹੀਂ, ਇਸ ਕਰਕੇ ਮੈਂ ਚੁੱਪ ਬੈਠਾ। ਯਾਦ ਰੱਖਿਓ, ਜਿਹੜੇ ਰੱਬ ਦੀ ਬੰਦਗੀ ਵਾਲੇ ਬਹੁਤ ਘੱਟ ਬੋਲਦੇ ਨੇ, ਕਿ ਜਦੋਂ ਬੋਲਦੇ ਨੇ ਫਿਰ ਉਹਨਾਂ ਦੀ ਆਵਾਜ਼ ਤਿੰਨਾਂ ਲੋਕਾਂ 'ਚ ਪਹੁੰਚਦੀ ਹੈ। ਜਿੱਦਾਂ ਬਾਬਾ ਫਰੀਦ ਸਾਹਿਬ ਆਏ ਸੀ ਨਾ ਬੰਦਗੀ ਕਰਕੇ, 36 ਸਾਲਾਂ ਬਾਅਦ ਕਿਸੇ ਨੇ 12 ਸਾਲ ਵੀ ਲਿਖਿਆ ਤੇ ਉਹਨਾਂ ਦੇ ਕੇਸ ਜੁੜ ਗਏ ਸੀ ਸਿਰ ਤੇ, ਕੰਘੀ ਨਹੀਂ ਸੀ ਲੰਘਦੀ। ਤੇ ਉਹ ਕਹਿਣ ਲੱਗੀ, ਮਾਂ ਮੇਰੇ ਸਿਰ ਦੇ ਵਿੱਚ ਤੇਲ ਲਾ ਦੇ। ਤੇ ਮਾਂ ਕਹਿਣ ਲੱਗੀ, ਤੂੰ ਆਪਣੇ ਭਰਾ ਫਰੀਦ ਦੀ ਘਰਵਾਲੀ ਆਪਣੀ ਭਾਬੀ ਜਾਨ ਤੋਂ ਲਵਾ ਲੈ। ਭਾਬੀ ਵੀ ਮਾਂ ਸਮਾਨ ਹੈ, ਆਖੋ ਸਤਿਨਾਮ। ਇਹ ਰਿਸ਼ਤੇ ਬੜੇ ਅਨਮੋਲ ਹੁੰਦੇ ਆ। ਹੁਣ ਤਾਂ ਸਾਰੇ ਰਿਸ਼ਤੇ ਖਤਮ, ਐਂਟੀ ਤੇ ਅੰਕਲ ਹੈ, ਸਾਰੇ ਨਾਂ ਹੀ ਖਤਮ ਕਰਦੇ, ਜਿਹਨੂੰ ਮਰਜ਼ੀ ਐਂਟੀ ਤੇ ਅੰਕਲ, ਸੌਖਾ ਹੀ ਕੰਮ ਹੈ। ਭੂਆ, ਮਾਸੀ, ਤਾਈ, ਚਾਚੀ, ਇਹ ਸਭ ਖਤਮ ਹੀ ਹੋ ਗਏ। ਤੋ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਦੀ ਭਾਬੀ ਜਾਣ ਕਹਿਣ ਲੱਗੇ, ਫਰੀਦ ਆ ਮੈਂ ਤੇਲ ਲਾ ਕੇ ਲਾਵਾਂ। ਤੇ ਕਵੀ ਰਾਜ ਜੀ ਕਹਿੰਦੇ ਨੇ, ਇਤਿਹਾਸ ਕਲਮ ਬੰਦ ਕਰਨ ਵਾਲੇ ਕਹਿੰਦੇ ਕਿ ਬਾਬਾ ਫਰੀਦ ਸਾਹਿਬ ਦੇ ਕੇਸਾਂ ਦੇ ਵਿੱਚ ਉਹਨਾਂ ਦੀ ਭਾਬੀ ਜਾਨ ਨੇ ਜਦੋਂ ਤੇਲ ਲਾਉਣਾ ਸ਼ੁਰੂ ਕੀਤਾ, ਇੱਕ ਢੋਲ ਵੱਜਿਆ, ਢੋਲ ਦੀ ਆਵਾਜ਼ ਆਈ ਤੇ ਬਾਬਾ ਫਰੀਦ ਸਾਹਿਬ ਕਹਿੰਦੇ, ਭਾਬੋ ਆ ਕਿਸੇ ਦੇ ਵਿਆਹ ਹੋ ਰਿਹਾ ਹੈ? ਕਹਿਣ ਲੱਗੀ, ਨਹੀਂ ਫਰੀਦਾ, ਤੇਰਾ ਵੱਡਾ ਭਰਾ ਮੁਰੀਦ ਅੱਜ 25 ਪਿੰਡਾਂ ਦਾ ਚੌਧਰੀ ਬਣ ਗਿਆ। ਵੇਖ ਉਹਨੇ ਕਿੰਨੀ ਮਿਹਨਤ ਕੀਤੀ ਹੈ, ਕਿੰਨਾ ਨਾਮ ਬਣਾ ਲਿਆ ਦੁਨੀਆ 'ਚ। ਆਪਾਂ ਅੱਜ ਵੀ ਕਹਿੰਦੇ ਨਾ ਫਲਾਣਾ ਜਿੱਤ ਗਿਆ ਕੁਰਸੀ, ਮਾਫ ਕਰਿਓ। ਅੱਜ ਇੱਥੇ ਤੁਸੀਂ ਬੈਠੇ ਹੋ, ਕਿਤੇ ਜਪਜੀ ਸਾਹਿਬ ਪੜ੍ਹ ਕੇ ਵੇਖਿਓ। ਇੱਕ ਦਿਨ ਮਰਦਾਨਾ ਕਹਿੰਦਾ, ਬਾਬਾ ਕਿਤੇ ਮੇਰੇ ਵੀ ਦਿਨ ਮੁੜਨਗੇ। ਮਹਾਰਾਜ ਜੀ ਕਹਿੰਦੇ, ਅੱਜ ਕੀ ਹੋਇਆ ਹੈ? ਕਹਿੰਦੇ, ਬਾਦਸ਼ਾਹ ਮੈਂ ਵੀ ਅਮੀਰ ਹੋ ਗਈ। ਮਹਾਰਾਜ ਜੀ ਕਹਿੰਦੇ, ਤੂੰ ਚਾਹੁੰਦਾ ਕੀ ਹੈ? ਕਹਿੰਦੇ, ਬਾਦਸ਼ਾਹ ਅੱਜ ਮੈਂ ਕਿਸੇ ਸੇਠ ਨੂੰ ਵੇਖਿਆ, ਉਹ ਸੋਨੇ ਦੀ ਪਾਲਕੀ 'ਚ ਜਾ ਰਿਹਾ, ਉਹਦੇ ਪਿੱਛੇ ਵੀ ਬੰਦੇ ਤੇ ਅੱਗੇ ਵੀ ਬੰਦੇ, ਘੋੜੇ ਹਾਥੀ ਉਹਦੇ ਨਾਲ ਹੈ, ਬੜਾ ਪੈਸਾ ਹੈ। ਤੇ ਮੈਂ ਵੀ ਸੋਚ ਕੇ ਮੇਰੇ ਅੰਦਰ ਵੀ ਆਇਆ ਵੀ ਕਿਤੇ ਆਪਣੇ ਵੀ ਆਉਣਗੇ। ਬਾਬਾ ਫਰੀਦ ਸਾਹਿਬ ਕਹਿੰਦੇ, ਲਿਆ ਦਈਏ। ਕਹਿੰਦੇ, ਬਾਬਾ ਇਹ ਲਿਆ ਦੇ ਫਿਰ। ਪਰ ਮਹਾਰਾਜ ਜੀ ਕਹਿੰਦੇ, ਪਹਿਲਾਂ ਇੱਕ ਗੱਲ ਸੁਣ ਲੈ, ਜੇ ਮੈਂ ਇਹ ਸਭ ਕੁਝ ਦੇਤਾ ਤੇ ਤੈਨੂੰ ਰੱਬ ਵਿਸਰ ਜਾਣਾ ਹੀ, ਤੈਨੂੰ ਸਾਈਂ ਭੁੱਲ ਜਾਣਾ ਹੀ। ਕਹਿੰਦੇ, ਉਹ ਕਿੱਦਾਂ? ਮਹਾਰਾਜ ਜੀ ਕਹਿੰਦੇ, ਪਹਿਲਾਂ ਤੂੰ ਇੱਕ ਭਗਤੀ ਪੜ੍ਹ ਲਾ, ਜੇ ਤਾਂ ਪਸੰਦ ਆਊਗੀ ਤੇ ਤੈਨੂੰ ਹੁਣੇ ਹੀ ਦੇ ਦਿਆਂਗੇ। ਤੇ ਮਹਾਰਾਜ ਜੀ ਨਵਾਬ ਸੀੜੀ ਬਚਨ ਆਏ। ਮਹਾਰਾਜ ਜੀ ਕਹਿੰਦੇ, ਜੇ ਜੋ ਵਿਚਾਰੇ ਆਰਜਨ, ਜਪਜੀ ਸਾਹਿਬ ਤਾਂ ਪੜ੍ਹ ਹੀ ਲੈਂਦੇ ਸਾਰੇ, ਜੇ ਜੋ ਵਿਚਾਰੇ ਹੋਰ ਦਸੂਨੀ ਹੋਏ, ਨਵਾਂ ਖੰਡਾ ਵਿੱਚ ਨਾਲ ਕਹਿੰਦੇ 4 ਯੁੱਗਾਂ ਜਿੰਨੀ ਉਮਰ ਹੋ ਜੇ, ਸਾਰੀ ਧਰਤੀ ਤੈਨੂੰ ਜਾਣਨ ਲੱਗ ਪਏ, ਤੇਰੇ ਅੱਗੇ ਪਿੱਛੇ ਲੋਕ ਚੱਲਣ। ਚੰਗਾ ਨਾਮ ਹੀ ਇੰਨਾ ਬਣ ਜੇ ਵੀ ਇੱਥੋਂ ਖੂਨ ਮਾਰੇ ਤੇ ਦਿੱਲੀ ਕੰਬ ਜੇ, ਇੰਨੀ ਪਾਵਰ ਤੇਰੇ ਹੱਥ 'ਚ ਆ ਜੇ। ਚੰਗਾ ਨਾਮ ਜਸ। ਮਹਾਰਾਜ ਕਹਿੰਦੇ, ਜੇ ਦਿਸ ਨਜ਼ਰ ਨਾ ਆਈ, ਕਹਿੰਦੇ ਇੰਨੀ ਪਾਵਰ ਹੋ ਗਈ ਤੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਆਗਨ ਭੇਟ ਕਰਾ ਸਕਦਾ ਹੈ, ਮੱਥਾ ਨਹੀਂ ਟੇਕੇਗਾ। ਅੱਜ ਕਹਿੰਦੇ ਫਿਰ ਬਾਤ ਨਾ ਪੁੱਛੇ ਕਿ ਇੰਨੀ ਪਾਵਰ ਮਰਦਾਨਿਆਂ ਕੋਲੇ ਹੋਵੇ, ਜਦੋਂ ਰੱਬ ਵਿਸਰ ਜੇ, ਅੰਤ ਨੂੰ ਜਦੋਂ ਮੌਤ ਆਉਂਦੀ ਹੈ ਤੇ ਕਹਿੰਦੇ ਕੀਟਾਂ ਅੰਦਰ, ਜਿਹੜੇ ਕੁੱਤੇ ਦੇ ਸਿਰ 'ਚ ਕੀੜੇ ਪਏ ਹੋਏ ਆਪਾਂ ਦੇਖੇ ਨਾ ਅਕਸਰ, ਕਹਿੰਦੇ ਉਹਨਾਂ ਦੇ ਵਿੱਚ ਜਨਮ ਹੁੰਦਾ ਤੇ ਮਰਦਾਨਾ ਕਹਿੰਦਾ, ਮਹਾਰਾਜ ਰਹਿਣ ਹੀ ਦੇ, ਮੈਂ ਇਸ ਤਰ੍ਹਾਂ ਦਾ ਚੰਗਾ ਸਤਿਨਾਮ। ਕਹਿੰਦਾ, ਭਲਾ ਰਬਾਬ ਵਜਾਏ ਦਾ ਮਜਲਿਸ ਮਰਦਾਨਾ 20 ਰਾਸੀ।
बाबा मैनू इत्थे रहन दे, जिन्नी जोगा मैं तो एवें सुपने जे लेंदा फिरदा सी। असां तैनू देखिया तैं खुदाए देखिया, असां तैनू पाया तू खुदाए पाया। तू असां दा आखा नहीं मोड़दा ते तेरा आखा खुदाए नहीं मोड़दा। असां तुसां दे विच काई अंतर नहीं। महाराज सच्चे पातशाह प्यार दे विच किवें वापरदाने आ, तू छेती समझ गया। बस भागां वाले आपां गोदी च बैठे हैं। अज का मुख वाक भी दर्शन करने हैं। इतिहास भी बड़ा प्यारा है, तो जो खुलता इतिहास तो फिर किधर नूं चल जाता। आप गल की कबीर साहब की, कबीर साहब जी बोल रहे सी, फिर बाबे फरीद की दो भगत इकट्ठे हो गए विचार, दोवें मैं संपूर्ण करके अगे जावां। बाबा कबीर साहब जी किश्ती च बैठे ने ते मलाह कहंदा तू भी कुछ बोल पा। सारे आपो अपनी गलबात सुनाते ते बाबा कबीर बोलिया ते सारी किश्ती चुप हो गई। की बोलिया? कबीर नौबत अपनी दिन दस लियो बजाए। सारे कहते कबीर इहदा की मतलब है? कहते जिन्ने बैठे 10 दिनों के परौने आ। नदी नाव संजोग ज्यों बौर ना मिल है आए। कहते मलावा तू मैनू बुला ही लिया ते फिर सुन, अज जिन्ने तेरी किश्ती च बैठे, कोई पकौड़े खा रहा, कोई मठियाई खा रहा, कोई गल्लां कर रहा, कोई पानी च हाथ मार रहा, मस्त ने दुनिया। और मैं तो एक चीज़ वेखी तेरी किश्ती चो भी जेड़ा पानी तेरी किश्ती दे नाल जुड़ के एक बारी लंघ गया ना, उन्हें मुड़ के नहीं आना। इन्नी डूंगी बोल बोले जिहड़े अज उस किश्ती च होर भी बोले होणगे, उन्हां दे बोल नहीं मिलते, पर कबीर साहब दे अज भी बोल सानू मिलते हैं। बाबा बोलना क्या कहिए। इस करके साध संगत बार बार मेल थोड़ा होना कि स्वभा ना होया। तो इस करके बाबा फरीद साहब का केस लम्मे है तो भागो तेल पई लाती है। जो ढोल वजा तो वैसे भी बंदा मारना कह ही दिंदा, तो उन्हें मजाक किया, छोटा सी ना वीरा वर्गा, कह लगी जा वे फरीद 36 साल जंगल च साल के आ गए, देख तेरे भरा ने 25 पिंडां की जिम्मेवारी लै ली, किते तू भी कमाई करदा जे तेरा भी ना हुंदा, तू की खट्टिया ही वैगुरू वैगुरू अल्लाह अल्लाह कह के। ये अज सच है। जिहड़ा राजनीतिक बंदा है वो कहंदा है मैं बहुत कुछ पाया, ये जिहड़ा धार्मिक बंदा है वो कहंदा मैं बहुत कुछ गवाया। फर्क इत्थे ही है, जे धार्मिक जफरनामा लिखदा है ते राजनीतिक कहंदा मेरी कबर उत्थे बनायो जिथे रुख ना होवे। जित किहदी होई? गंदगी करन वाले दी। ये 4 दिनों की सल्तनत है, जाती तो बिलवनी होनी। तो उस वेले बाबा फरीद साहब जी ने अपना केस भागो तो वापस ले लिया। कहते रहने इहो जे प्यार को थोड़िया भी की जे जिताउण ही लग पे अपने केस बन के ते नाल ही कहंदा भागो तू भोली है, तैनू की पता खुदा दे प्यारियां दीयां किन्नियां ताकतां होंदियां। तू तो ओदी राजनीतिक कुर्सी वेखी भी 25 पिंड थल्ले काम करनगे, चौधरी है ਇਹਦਾ ਢੋਲ ਤੇ 25 ਪਿੰਡਾਂ 'ਚ ਵਜੇਂਦਾ ਏ। ਯਾਦ ਰੱਖੀ ਬਾਬੂ ਜਿੱਦਣ ਮੇਰਾ ਢੋਲ ਵੱਜਾ 3 ਲੋਕਾਂ 'ਚ ਵੱਜ ਆਉਣੀ। ਅੱਜ ਬਾਬੇ ਫਰੀਦ ਦਾ ਢੋਲ ਵੱਜਾ ਸਵੇਰੇ ਅੰਮ੍ਰਿਤ ਵੇਲੇ ਜਦੋਂ ਸ਼ਲੋਕ ਚੱਲਦੇ ਆ, ਬਾਕੀ ਕੌਣ ਕਿਸੇ ਨੂੰ ਪੁੱਛਦਾ ਹੈ। ਇਸ ਕਰਕੇ ਸਾਧ ਸੰਗਤ ਜੀ ये रब के प्यारियां दी कथा भगतां की चाल निराली। इस करके महाराज कहंदे मर्दानिया दे दिया राज, लैनी कुर्सी तख्त लैने, कहंदे बाबा रहन दे मैनू अपने कदमां 'च थां दे दे। महाराज कहंदे चल फिर पढ़ियो, फिर अगे चलिए जी। भला रबाब वजाएंदा, भला रबाब मर्दाना मीरासी, मजलस मर्दाना मीरासी, मजलस मर्दाना मीरासी, मजलस मर्दाना मीरासी।
ਭਲਾ ਰਬਾਬ ਵਜਾਏਂਦਾ, ਭਲਾ ਰਬਾਬ ਵਜਾਏਂਦਾ, ਭਲਾ ਰਬਾਬ ਵਜਾਏਂਦਾ, ਭਲਾ ਰਬਾਬ ਵਜਾਏਂਦਾ, ਰਬਾਬ ਵਜਾਏਂਦਾ, ਭਲਾ ਰਬਾਬ ਵਜਾਏਂਦਾ, नहीं लालच कोई मर्दानी ना पैसे का ना अहुदे का। बेशक घर विच मसला है कदे रोटी ते कदे सौदे दा, नानक ना कला। हाँ जी थोड़े जे बोले हो, नानक ना कला रह जावे बस दिल चों एहो, चाहुंदा ए मर्दाने वर्गा यार किसी नानक दे हिस्से। पहला सिख प्यारे जगत दा जेड़ा 52 साल बाबे नानक नाल यारी निभा गया। ये गुस्से कदे कदे हो जाता सी, कहंदा सी बाबा तू जदों बह जाना उठदा या तो मैनू भी अपने वर्गा कर ला, नहीं तो मैं चलिया ही। तो इस करके हमारे सच्चे पातशाह दा प्यारा सी ना, जग्या लिखी हरपाल जी बचन कह रहे, मैं तां नाम ले लिया क्योंकि मैं जिहड़ी गल कहनी उल्ट हो सकती। वो विद्वान है कहते इन्ना कि एक दूजे नूं मजाक कर लेंदे, क्योंकि जिथे प्यार उत्थे मजाक भी है, मजाक भी उही सिंघदा जिथे प्यार। तो कहते किते किते बाबे नूं भी कह छड्डदा सी, कहंदे या यारा किथे घत छड्डिया अजे तां मरासन दा मूँह भी कोई नहीं वेखिया। भी अपने घर वाली नूं कहंदा जिथे मैं चंगी तरह दा चेहरा भी नहीं वेखिया ते मैनूं नाल लैके तुर पिया, 4 दिन घरे ते रह लैंदा। भी प्रेम किन्ना सी महाराज दे नाल, किथे घर सुटिया ईसाइया अजे तक घर वाली दा मूँह को नहीं वेखिया। सच 52 साल जिंदगी दे बाबे नूं भेटा करदे ने, आ तां 5 मिनट नहीं कोई करदा। कर्म वाले तुसीं आ जांदे रोज, नहीं ते सब दुनिया मंगदी है, पर जदों दाता दिंदा है खंड पाठ आरंभ हुंदे है, सुखमनी साहिब शुकराने दे बहिंदा कोई एक फर्ज फॉर्मेलिटी बाबा जी सुखना सुखी सी, रब ने पूरी करती ते लो बेटा। ते बस असीं उदों होना जदों रिश्तेदार आ गए, 8:30 श्लोक शुरू हो गए, बाद 15-20 मिनट की सीस दे दिओ ते बस। पता न बाबा मरदाना जिन्हें कदे मंगिया कुछ नहीं, जदों बाबा कहंदा सी रबाब छेड़ के सिफत खुदाई दे दीदार दी करिए, बाबे नानक दे गोडे नाल गोडा जोड़ के कोई बैठा ते भाई मरदाना पानी कहंदी गुरु नानक जी ने सुनिया वेखिया। सब तो वध किसी ने गुरु नानक को सुनिया ते वेखिया ते भाई मरदाना सी, क्योंकि जदों बाबा गाउंदा सी तां उहनूं नाल सी ते महाराज दे दर्शन भी करदा सी। ते अज उहदा जिक्र करके ते अंदर नूं ठंड पै गई, क्योंकि वो रंगे है ना,
ਉਹਨਾਂ ਸਾਈਂ ਨੂੰ ਪਿਆਰ ਕੀਤਾ ਹੈ। ਆਓ ਸਾਧ ਸੰਗਤ ਜੀ, ਭਾਦੋਂ ਦਾ ਮਹੀਨਾ ਪ੍ਰਾਰੰਭ ਹੋਇਆ ਏ। ਕੀ ਕਹਿੰਦੇ ਮਹਾਰਾਜ ਇਸ ਮਹੀਨੇ ਚ ਕਰਨ ਵਾਸਤੇ? ਪੁੱਛੀਏ ਸਤਿਗੁਰੂ ਕਿਰਪਾ ਕਰਕੇ ਦੱਸਣਾ ਕਰਦੇ ਹਨ। ਸਤਿਨਾਮ ਵਾਹਿਗੁਰੂ ਸਾਹਿਬ ਜੀ। 12ਵਾਂ ਮਾਝ ਮਹੱਲਾ ਪੰਜਵਾ ਘਰ ਚੌਥਾ। 12 ਗਿਣਤੀ ਦੇ ਮਹਾਂ ਕਹਿੰਦੇ ਮਹੀਨੇ ਨੂੰ ਮਾਝ ਰਾਗ ਹੈ। ਪੰਜਵੇਂ ਪਾਤਸ਼ਾਹ ਸਾਰੇ ਪਾਵਨ ਪਵਿੱਤਰ ਨਾਮ ਲਓ। ਧੰਨ ਸ੍ਰੀ ਗੁਰੂ ਧੰਨ ਸ੍ਰੀ ਗੁਰੂ ਭਗਤ ਮਸਰਾ ਜੀ ਕਹਿੰਦੇ ਗੁਰੂ ਅਰਜਨ ਸਾਹਿਬ ਤੇਰਾ ਨਾਮ ਜਦੋਂ ਮੈਂ ਲੈਣਾ ਨਾ ਜ਼ੁਬਾਨ ਤੋਂ, ਹੋ ਸਕਦਾ ਕਿਸੇ ਅਵਸਰ ਦਾ ਨਾਮ ਲਈਏ ਜ਼ੁਬਾਨ ਤੋਂ ਤੇ ਬੰਦੇ ਦੀ ਛੁੱਟ ਜਾਂਦੀ ਹੈ ਜਾਨ। ਨਾਕਾ ਲੱਗਾ ਹੋਵੇ ਕਿ ਫਲਾਣਾ ਆਫਿਸਰ ਮੇਰਾ ਮਿੱਤਰ ਹੈ, ਕਹਿੰਦੇ ਜਾਓ। ਤੁਮਾਰੇ ਸੱਚੇ ਪਾਤਸ਼ਾਹ ਨੂੰ ਪਾਠ ਸਾਹਿਬ ਕਹਿੰਦੇ ਜਦੋਂ ਮੈਂ ਗੁਰੂ ਅਰਜਨ ਸਾਹਿਬ ਤੇਰਾ ਨਾਮ ਲੈਣਾ ਨਾ ਆਪਣੀ ਜ਼ੁਬਾਨ ਤੇ, ਮੇਰੇ ਲਿਖੇ ਹੋਏ ਮਾੜੇ ਲੇਖ ਜਿਹੜੇ ਉਹ ਸਿੱਧੇ ਹੋ ਜਾਂਦੇ ਆ। ਕਲ ਘੋਰ ਸਮੁੰਦਰ ਮੈਂ ਬੂਢ ਕਿਥੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਏ। ਉਹ ਲੇਖ ਨਹੀਂ ਮਿਟਦੇ, ਪਰ ਗੁਰੂ ਅਰਜਨ ਸਾਹਿਬ ਮੈਂ ਸੁਣਿਆ ਤੇਰੇ ਘਰ 'ਚ ਇੰਨੀ ਕੁ ਤਾਕਤ ਹੈ, ਤੂੰ ਲੇਖ ਹੀ ਬਦਲ ਦੇਣਾ। ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਚੌਥੇ ਘਰ ਵਿੱਚ ਕਿਰਪਾ ਕਰਦੇ ਹਨ। ਏਕ ਓੰਕਾਰ ਸਤਿਗੁਰ ਪ੍ਰਸਾਦ। ਪ੍ਰਮਾਤਮਾ ਇੱਕ ਹੈ। ਓੰਕਾਰ, ਊੜੇ ਦਾ ਮੂੰਹ ਖੁੱਲਾ ਹੋਊਗਾ ਜਦੋਂ ਵੀ ਬਾਣੀ ਪੜੋਗੇ, ਉਹਦਾ ਮੂੰਹ ਬੰਦ ਨਹੀਂ ਕੀਤਾ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਦੀ ਕੋਈ ਕਥਾ ਨਹੀਂ ਕਰ ਸਕਦਾ। ਉਹਦੇ ਬਾਰੇ ਕੋਈ ਲਿਖ ਕੇ ਨਹੀਂ ਦੇ ਸਕਦਾ ਕਿ ਉਹ ਕਿੰਨਾ ਵੱਡਾ ਹੈ, ਕਿੱਥੋਂ ਤੱਕ ਉਹਦਾ ਰਾਜ ਹੈ। ਪਰ ਇੰਨਾ ਜ਼ਰੂਰ ਹੈ ਵੀ ਉਹਦੇ ਨਾਂ ਹੀ ਪਤਾ ਨਹੀਂ ਕਿੰਨੇ। 100 ਨਾਮ ਤੇ ਮੁਹੰਮਦ ਸਾਹਿਬ ਨੂੰ ਯਾਦ ਸੀ ਨਾ ਅੱਲਾ ਦਾ, ਤੇ ਇੰਨਾ ਰੱਟਿਆ ਹੋਇਆ ਸੀ ਉਹਨੇ, ਇੱਕੇ ਸਾਏ 100 ਨਾਮ ਲੈ ਦਿੰਦਾ ਸੀ। ਮੁਹੰਮਦ ਸਾਹਿਬ ਖਲੀਫੇ ਨੇ ਮੁਸਲਮਾਨਾਂ, ਤੇ ਜਦੋਂ ਬੈਠਦੇ ਸੀ ਤੇ ਉਦੋਂ ਇੱਕੇ ਸਾਏ ਰਹੀਮ ਕਰੀਮ ਅੱਲਾ ਖੁਦਾਏ ਰਹੀਮ ਏਦਾਂ ਕਰਕੇ 100 ਨਾਂ ਲੈਂਦੇ ਸੀ। ਤੇ ਮੇਰੇ ਬਾਪੂ ਗੁਰੂ ਗੋਬਿੰਦ ਸਿੰਘ ਨੇ ਕਮਾਲ ਕਰਤਾ, ਜਾਪ ਸਾਹਿਬ ਦੀ ਬਾਣੀ 'ਚ 199 ਵਾਰੀ ਰੱਬ ਦਾ ਜ਼ਿਕਰ ਕਰਤਾ। ਜਿਨ੍ਹਾਂ ਨੂੰ ਗੁਰਬਾਣੀ ਕੰਠ ਕਰਿਆ ਕਰੋ, ਖੁਸ਼ੀ ਹੁੰਦੀ ਹੈ। ਜਦੋਂ ਅਸੀਂ ਵਿਦਿਆਲੇ ਹੁੰਦੇ ਸੀ ਤੇ ਸਾਰਿਆਂ ਨੂੰ ਟੀਚਰ ਕਹਿੰਦੇ ਵੀ ਜਿਹੜਾ ਫਸਟ ਆਊਗਾ ਉਹਨੂੰ ਤੁਹਾਨੂੰ ਨਾਮ ਦਿੱਤਾ ਜਾਊਗਾ ਵੀ ਸਭ ਤੋਂ ਪਹਿਲਾਂ ਕਿਹੜਾ ਸਟੂਡੈਂਟ ਹੈ ਜਿਹੜਾ ਜਾਪ ਸਾਹਿਬ ਦੀ ਬਾਣੀ ਕੰਠ ਕਰਦਾ। ਤੇ ਸਾਡੇ 'ਚ ਇੱਕ ਬੱਚੇ ਨੇ 10 ਦਿਨਾਂ 'ਚ ਕੀਤਾ ਸੀ, 10 ਨੇ 13 ਦਿਨਾਂ 'ਚ ਕੀਤਾ ਸੀ। ਤੇ ਇਸ ਕਰਕੇ ਸਾਧ ਸੰਗਤ ਜੀ ਪਿਆਰ ਕਰੋ, ਕਿਹੜੀ ਚੀਜ਼ ਨਹੀਂ ਹੁੰਦੀ। ਫਰਿਆਦ ਨੇ ਪਹਾੜ ਜਿਹੜਾ ਸੀ ਨਾ, ਕਿਸੇ ਨੂੰ ਮੁਹੱਬਤ ਕਰਦਾ ਸੀ ਤੇ ਕਹਿੰਦਾ ਮੈਂ ਵਿਆਹ ਕਰਾਉਣਾ ਹੈ। ਉਹ ਕਹਿੰਦਾ ਵੀ ਇੱਕ ਸ਼ਰਤ ਆ, ਵਿਆਹ ਤੇਰਾ ਮੈਂ ਕਰ ਦੂੰ ਆਪਣੀ ਧੀ ਨਾਲ, ਤੇ ਆ ਜਿਹੜੀ ਨਹਿਰ ਪਹਾੜ ਦੇ ਪਰਲੇ ਬੰਨੇ ਹੈ ਨਾ, ਇਹਨੂੰ ਇੱਧਰ ਲਿਆ ਦੇ। ਲੋਕੀ ਕਹਿੰਦੇ ਸੀ ਤੇਥੋਂ ਨਹੀਂ ਹੋਣਾ। ਕਿਹੜਾ ਬੰਦਾ ਹੱਥਾਂ ਨਾਲ ਪਹਾੜ ਕਿੱਦਾਂ ਚੀਰ ਕੇ ਵਿੱਚ ਦੀ ਨਹਿਰ ਕੱਢੂਗਾ। ਅੱਜ ਉਹਦੀਆਂ ਗਵਾਹੀਆਂ ਮਿਲਦੀਆਂ ਕਿ ਉਹ ਪਿਆਰ ਦੇ ਵਿੱਚ, ਇੰਨਾ ਪਿਆਰ ਵਾਲੇ ਨੂੰ ਰੱਬ ਤਾਕਤ ਦਿੰਦਾ ਜੇ ਸੱਚਾ ਹੋਵੇ। ਉਹਨੇ ਪਹਾੜ ਚੀਰ ਕੇ ਵਿੱਚ ਦੀ ਨਹਿਰ ਕੱਢ ਕੇ ਵਗਾਤੀ ਸੀ। ਕਦੇ ਗੁਰੂ ਸਾਹਿਬ ਨੂੰ ਪਿਆਰ ਕਰਕੇ ਤੇ ਵੇਖੋ ਖੋਪਰੀਆਂ ਲੱਥੀਆਂ ਤੋਂ 21 ਦਿਨ ਜਪਜੀ ਸਾਹਿਬ ਪੜ੍ਹਦੇ ਰਹੇ ਰੱਬ ਦੇ ਪਿਆਰੇ। ਅੱਜ ਤਾਂ ਗੱਲਾਂ ਹੀ ਹੈ, ਹੋਣਾ ਕੁਛ ਨਹੀਂ ਹੈ। ਹਮਾਰੇ ਸੱਚੇ ਪਾਤਸ਼ਾਹ ਕਹਿੰਦੇ ਪਿਆਰ ਹੋਵੇ ਨੇਕ ਤੇ ਕੀ ਨਹੀਂ ਹੁੰਦਾ, ਪੱਥਰ ਵੀ ਮੋਮ ਬਣ ਜਾਂਦੇ ਆ। ਤੋ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਇੱਕ ਹੈ, ਜਿਹਨੂੰ ਕਈ ਨਾਵਾਂ ਦੇ ਨਾਲ ਲੋਕ ਯਾਦ ਕਰਦੇ ਨੇ। ਜਿਹਦੇ ਤੇ ਕਿਰਪਾ ਹੋਵੇ ਉਹਨੂੰ ਮਿਲਦਾ ਵੀ ਹੈ। ਅਤੋਏ ਭਰਮ ਭੁਲਾਣੀਆਂ ਦੂਜੈ ਲਗਾ ਹੇਤ। ਕਹਿੰਦੇ ਭਾਦੋਂ ਦੇ ਮਹੀਨੇ 'ਚ ਉਹ ਰੂਹਾਂ ਜਿਹੜੀਆਂ ਭਰਮ ਦੇ ਵਿੱਚ ਪਈਆਂ ਨੇ, ਦੂਜਾ ਲੱਗਾ ਏਤ, ਜਿਹੜੀਆਂ ਕਦੇ ਸਾਈਂ ਨੂੰ ਪਿਆਰ ਕਰਦੀਆਂ ਨਹੀਂ, ਦੂਜਿਆਂ ਨੂੰ ਕਰੀ ਜਾਂਦੀਆਂ। ਦੂਜਾ ਕੀ ਹੈ, ਇਹਦੇ ਅਰਥ ਕਈ ਨਿਕਲ ਆਉਂਦੇ ਆ। ਕਬਰਾਂ ਬੜੀਆਂ ਵਸਾਉਣਾ, ਜਾਂ ਆਪਣੀ ਵਾਈਫ, ਬੱਚੇ, ਘਰ, ਮਾਇਆ, ਡਾਲਰ, ਇਹਨਾਂ ਚੀਜ਼ਾਂ ਦੇ ਵਿੱਚ ਹੀ ਉਹਨਾਂ ਨੂੰ ਪਤਾ ਹੀ ਨਹੀਂ। ਹੁਣ ਕਈ ਵਾਰੀ ਆਪਣੇ ਗੈਸਟ ਆਉਂਦੇ ਬਾਹਰਲੇ ਦੇਸ਼ੋਂ, ਤੇ ਉਹ ਆਉਂਦੇ ਹੀ ਕਹਿਣਗੇ ਜੀ ਉੱਥੇ ਘੁੰਮਣ ਚੱਲੀਏ, ਇੱਥੇ ਚੱਲੀਏ, ਉੱਥੇ ਚੱਲੀਏ। ਪਰ ਕੁਝ ਹੁੰਦੇ ਜਿਹੜੇ ਆਉਂਦੇ ਕਹਿੰਦੇ ਹਰਿਮੰਦਰ ਸਾਹਿਬ ਚੱਲੀਏ, ਬੇਰ ਸਾਹਿਬ ਚੱਲੀਏ, ਬੌਲੀ ਸਾਹਿਬ ਚੱਲੀਏ।
किसी ने पूछा तेरा परिवार कितना, बंड विहार कितना, किन्ने खा लेना किन्ने कमा लेना, कारोबार कितना, कभी किसी ने तुझसे ये पूछा तेरा रब दे नाल। अज बहुत थोड़े ने तुम्हारे कहते भादों के महीने च भादों का महीना कहते इस महीने प्रति उपदेश की है भरम भुलाणियां। कहते वो रूहां जिहड़ियां कदे मत्था टेकने नहीं आईयां, उन्होंने पता ही नहीं की हुंदी बाणी गुरु घर। वो तो कहते जाओ जाओ मेरे लिए प्रसाद ले आए, जिन्हें पता ही नहीं इस चीज़ का। तो इस करके कहते दूजा लगा एक भी वो दूजे पासे लगे आ, खा लिया पी लिया सो लिया, पता को नहीं पिया मेरा शरीर की है, मैं कितों आया तो लैन की आया। दूजे लगा वो बस दूजे थां करके साई नूं भुला दिता। लख सिगार बनाया कारज नाई केता। दो पाठ कर लेंदे संगत जी, कई संग सिंगार भी करते बिंदी ला के सिंगार करांगे तो उत्थे मेकअप की गल आ जानी है जिहड़ा आपां करदे हां। हुण कि ना बाबा जी इधर नूं ना आया करो, सीधे सीधे जाया करो। मैं कहा की करा पंचर हो जाता, टायर थले डिग पैंदा। तो इस करके महाराज कहंदे जिन्ना मर्जी तू ये दुनिया ते अपना खलारा खलार ला, करोड़ापति बंदे भी रोंदे वेखे बुक बुक। तो महाराज कहते लख सिंगार बनाया कारज नहीं केत। कहते तू कितना कुछ बनाया, बच्चे परिवार जमीन कोठियां प्लाट सोना कितना कुछ तू बनाया, पर मेरे गुरु अर्जन साहब कहते कारज नहीं केत, ਇਹਦੇ ਵਿੱਚੋਂ एक चुटकी भर भी तेरे काम आने वाला नहीं। तेरे असली जीवन ਦੇ ਵਿੱਚ जित दिन देह बिन ससी तित वेला कहसन प्रेता। कहते जिदन तेरी मौत ने फेरा पाया ना तेरे घर, ਹੁਣ ਤੁਸੀਂ ਕਹਿਣਾ ਵਾਹਿਗੁਰੂ ਸਤਨਾਮ ਪੁਰਾਣੀਆਂ ਬਾਤਾਂ ਆਪਣੇ ਨਾ ਵਾਹਿਗੁਰੂ, ਉਹ ਭੋਲੇ ਸੀ ਕਹਿਣਾ ਵਾਹਿਗੁਰੂ। ਬਾਬਾ ਜੀ ਬਰੇ ਬਰੇ ਦੇ ਦਿਨ ਇਦਾਂ ਦੀ ਗੱਲ ਨਾ ਕਰਿਆ ਕਰੋ। मैं क्या किदा दी किते मरन दा ना नहीं, अंत बरे दा दिन बहुत सोहना दिन ते अज नहीं मरदा, पर अज ते मेरे गुरु अर्जन साहब ने आप कह दिता। हुण महाराज नूं थोड़ा आपां कहांगे सतगुरु सानूं ये चीज़ नहीं पसंद, साडे पसंद दी बाणी विचार आपको सतनाम। जो महाराज कहंदे जित दिन देह बिन ससी, कहंदे जिदन तेरी डेथ होनी, आखो वाहिगुरू। जित वेला कहसन प्रेत, तेरा मंजा वेड़े च होना, सारे दी वारी आउंदी। भज्या तो नहीं जाना, मैं कहना भी तुहाडे तो पहला भज्जूं। कहते जो मंजी बेड़े च रखी हुई, चिट्टा पाया होया उत्ते कपड़ा, ते जेड़े तेनों जप्पियां पा पा के मिलते सी ना, फोन करके कि मैं आ रहा, बना ला 2-3 किलो, लिया 2-3 बोतलां, गुस्सा नहीं करियो तो आप प्यार दे विच। कहते तित वेला कहसन प्रेत, जिदन लम्मे पै गया उदन मुल पैना कथा दा, उदन पता लगना पोथी की हुंदी, गुरुद्वारा की है। अजे तो काम धर्म तां करके कहना नहीं आप उत्थे की करना, खाओ पीओ 4 दिन। महाराज कहते चित दिन दे बिन ससी, जिदन तेरी मंजी बेड़े च कढ़ी हुई ते पली विछी हुई ते सारे बैठे हुए, ते जेड़े तेनों भज भज के मिलते हैं उन्होंने कहना ये तो डर होंदा भूत है। मैं सवेरे भी बेनती की भी मड़ियां दे विच कौन गया अपने भैन भरा, पर किते सेवा बलदा होवे शामां जिहां नूं ओनू ते नहीं कोई जांदा, सैर सुर भी करनी होए तो दूजे बंदे नूं जाईदा, कहीदा उत्थे भूत है। मड़ियां दे विच की कहंदे भूत है, असल में भूत कित्थों आ गए? आपां ते उत्थे गए अद्धे चले गए, अद्धे की तैयारी च ते अद्धे जाना है। वो फिर अपने तुम्हारे ने सच लिखिया, कहंदे जिन्ना चिर तू इन्हां नूं खवाउणा है ना, जिन्ना चिर तेनूं यूज करदे उन्ना चिर तेनूं फोन करदे, तेनूं सददे, सजना तेरा सच्चा प्यार कोई नहीं। सच्चा प्यार नहीं तेन कोई करता तेरे मत बल्लू ही, पर जेड़ा कोई करे उसकी कदर जरूर करेगा कर। सच है तुम्हारे कहते जित दिन दे बिन ससी, जिदन तेरा शरीर साथ छड़ गया ते जेड़े तेनों मिलते इन्होंने कहना छेती लै जाओ भाई भूत हो गया है। तो तुम्हारे कहते तित वेला कहसन प्रेत, उदों सारे कहणगे जी इत्थे काना रख दिओ, इत्थे धागा बन दिओ, ते जदों फिर लैके जांदे कहते बिस्तरा भी नाल ही लै लो, चपला भी लै लो, पीढ़ी भी लै लो, बापू का टीवी भी लै लो, वो भी नाल ही रख दिओ, किता ना जाके टीवी देखना पैना, राह च आपको सतनाम।
ਜਿੱਦਾਂ ਅੱਜ ਤੋਂ ਪਹਿਲਾਂ ਸਾਡੇ ਬਜ਼ੁਰਗ ਹਜ਼ੂਰ ਸਾਹਿਬ ਜਾਂਦੇ ਸੀ ਆਨੰਦਪੁਰ, ਤੇ ਉਹਨਾਂ ਦੇ ਕੋਲ ਸ਼ਬਦ ਹੁੰਦੇ ਸੀ ਕਾਪੀਆਂ ਤੇ ਢੋਲਕੀਆਂ ਚਿਮਟੇ। ਆ ਜਿਹੜੀ ਹੁਣ ਵਾਲੀ ਪਨੀਰੀ ਜਾਂਦੀ ਤਾਂ ਰੱਬ ਰੱਖਾਂ ਟਰਾਲਿਆਂ ਦੇ ਵਿੱਚ ਏਸੀ ਫਿੱਟ ਕੀਤੇ, ਵਿੱਚ ਡੀਜੇ ਲਾਏ, ਵਿੱਚ ਤਾਸ਼ਾਂ। ਇਹ ਕਿਹੜਾ ਤਰੀਕਾ ਹੈ ਤੇਰਾ ਬਾਬੇ ਦੇ ਘਰ ਜਾਣ ਵਾਲਿਆ? ਤੂੰ ਤਾਂ ਉੱਥੇ ਮੌਜ ਮਸਤੀ ਕਰਨ ਚੱਲਿਆ, ਤੂੰ ਬਾਬੇ ਦੇ ਘਰ ਪਿਆਰ ਕਰਨ ਥੋੜਾ ਚੱਲਿਆ। ਕਿੰਨਾ ਫਰਕ ਪੈ ਗਿਆ। ਮਾਰੇ ਕਹਿੰਦੇ ਸੀ ਨਾ, ਸਾਧੂ ਕੋ ਮਿਲਨੇ ਚਾਹੀਏ ਸਾਥ ਨੂੰ ਲੀਜੈ ਹੋਏ। ਉਹ ਤੂੰ ਤਾਂ ਮਾਡਰਨ ਬਣ ਕੇ ਜਿੱਦਾਂ ਪਿਕਨਿਕ ਮਨਾਉਣੀ ਇਦਾਂ ਜਾਣਾ ਹੈ। ਅੱਜ ਭਾਈ ਇਦਾਂ ਦੀ ਹੈ। ਤੁਹਾਰੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਗੁਰੂ ਸਾਹਿਬ ਨੂੰ ਪਿਆਰ ਕਰਿਆ ਕਰ। ਜਿਹੜਾ ਬਾਅਦ ਵਿੱਚ ਵੀ ਨਾਲ ਜਾਂਦਾ, ਇਹਨਾਂ ਸਾਰਿਆਂ ਮੁੜ ਕੇ ਤੈਨੂੰ ਪ੍ਰੇਤ ਕਹਿ ਕੇ ਤੋਰ ਦੇਣਾ ਹੈ। ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਟ। ਕਹਿੰਦੇ ਫਿਰ ਜਦੋਂ ਜਮਾਂ ਨੇ ਪਕੜ ਲਿਆ, ਉੱਥੇ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ, ਕਿਸੇ ਨੇ ਤੇਰੀ ਗਵਾਹੀ ਨਹੀਂ ਪਾਉਣੀ, ਪਰ ਸੰਗਤ ਗਵਾਹੀ ਪਾਉਂਦੀ ਜੇ। ਤਾਂ ਹੀ ਮਹਾਰਾਜ ਕਹਿੰਦੇ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ। ਆ ਜਿਹੜਾ ਵੇਲਾ ਹੈ ਨਾ 4 ਤੋਂ 6 ਦਾ, ਇਹ ਟਹਿਲ ਦਾ ਹੈ, ਰੱਬ ਦੀ ਸਿਫਤ ਦਾ ਹੈ। ਤੁਸੀਂ ਸਾਹਮਣੇ ਆਏ, ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ। ਇਹਾਂ ਖਾਟ ਚਲੋ ਹਰ ਲਾ ਆਗੇ ਮਸ ਮਸ ਆ। ਬਾਣੀ ਝੂਠ ਨਹੀਂ ਕਹਿੰਦੀ। ਮਾਰੇ ਕਹਿੰਦੇ ਜਿਹੜਾ ਤੂੰ ਬਹਿਣਾ ਨਾ ਆ ਕੇ ਚੌਂਕੜਾ ਮਾਰ ਕੇ, ਯਾਦ ਰੱਖੀ ਅਗਲੇ ਪਾਸੇ ਸੌਖਾ ਰਹੇਗਾ। ਇਹਾਂ ਖਾਟ ਚਲੋ ਆਗੇ ਔਦ ਘਟੇ। ਦਿਨ ਸਰਣਾ ਰੇ ਇਹਦੇ ਦਿਨ ਰਾਤ ਕਰਕੇ ਉਮਰ ਤੇ ਗਈ ਮੱਖਣਾ, ਉੱਡ ਗਿਆ ਸਰੀਰ ਦਿਨਾਂ ਚ ਚਿੱਟੇ ਆ ਗਏ ਐ। ਚਿਹਰਾ ਇੰਨਾ ਸੋਹਣਾ ਸੀ, ਝੁਰੜੀਆਂ ਸ਼ੁਰੂ ਹੋ ਗਈਆਂ ਏ, ਦੰਦ ਮੋਤੀਆਂ ਵਰਗੇ ਡਿੱਗਣੇ ਸ਼ੁਰੂ ਹੋ ਗਏ। ਹੁਣ ਵੇਖ ਲਾ ਤੇਰੀ ਮਰਜ਼ੀ ਹੈ ਜੀ, ਅਜੇ ਵੀ ਮੰਨਣਾ ਤੇ ਨਹੀਂ ਮੰਨਣਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਕੀ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਛੱਡ ਖੜੋਤੇ ਖਨੈ ਮਾਹੇ ਜਿਨ ਸਿਉ ਲਗਾਏ ਤਾ। ਕਹਿੰਦੇ ਜਿਨ੍ਹਾਂ ਦੇ ਕੋਲ ਬਹਿੰਦਾ ਸੀ, ਇਹਦਾ ਫੋਨ ਕੀਤਾ, ਕਹਿੰਦਾ ਬਾਬਾ ਜੀ ਅੱਜ ਨਹੀਂ ਆ ਹੋਣਾ। ਮੈਂ ਕਿਹਾ ਕੀ ਹੋਇਆ? ਇਹਦਾ ਰਿਸ਼ਤੇਦਾਰ ਆ ਗਿਆ। ਹੁਣ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਸੁਣੋ, ਕਹਿੰਦੇ ਛੱਡ ਖੜੋਤੇ ਖਿਣ, ਕਹਿੰਦੇ ਅੱਖ ਖੋਲਣ ਤੇ ਮੀਟਰ ਨੂੰ। ਕਹਿੰਦੇ ਇੰਨਾ ਟਾਈਮ ਹੀ ਲੱਗਣਾ ਜਿਨ੍ਹਾਂ ਦੇ ਨਾਲ ਤੂੰ ਰਾਤ ਦੇ 1 ਵਜੇ ਤਾਈਂ ਗੱਲਾਂ ਕਰ ਲੈਣਾ, ਪਰ ਬਾਣੀ ਚੱਲਦੀ ਹੋਵੇ ਤੇ 15 ਮਿੰਟਾਂ 'ਚ ਸੌ ਜਾਣਾ। ਤੇ ਕਹਿੰਦਾ ਭਾਈ ਆਜੋ ਆਜੋ ਆਪਾਂ ਚੱਲੇ, ਮੇਰੇ ਤੋਂ ਨਹੀਂ ਬਹਿ ਹੁੰਦਾ ਕਥਾ ਕੀਰਤਨ 'ਚ, ਤੁਸੀਂ ਤੇ ਪਤਾ ਨਹੀਂ ਕਿੱਦਾਂ ਬਹਿ ਜਾਂਦੇ ਆ। ਇਸ ਕਰਕੇ ਬਾਰੇ ਕਹਿੰਦੇ ਜਿਨ੍ਹਾਂ ਕੋਲ ਤੂੰ ਬਹਿਣਾ ਹੈ ਨਾ, ਇਹਨਾਂ ਇੱਕ ਖਿਣ ਦੇ ਵਿੱਚ ਛੱਡ ਖੜੋਤੇ ਖਿਣੇ ਮਾਹੇ, ਇਹਨਾਂ ਨੇ ਤੈਨੂੰ ਛੱਡ ਕੇ ਪਾਸੇ ਹੋ ਜਾਣਾ ਹੀ। ਪਰ ਮਾਰੇ ਕਹਿੰਦੇ ਸੱਜਣ ਸੱਚਾ ਪਾਤਸ਼ਾਹ ਆਦਸ਼ਾ ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਨੇਸਾ। ਕਹਿੰਦੇ ਫਿਰ ਤੂੰ ਇਦਾਂ ਦਾ ਸੱਜਣ ਕਿਉਂ ਨਹੀਂ ਬਣਾਉਂਦਾ ਕੋਈ ਜਿਹੜਾ ਤੇਰਾ ਸਾਥ ਨਿਭਾਵੇ, ਜਿਹਨੂੰ ਮਾਰੇ ਕਹਿੰਦੇ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਜਿੱਥੇ ਖੜੇ ਨਿਸ਼ਾਨ। ਅਸਲ ਵਿੱਚ ਗੁਰਬਾਣੀ ਕਹਿੰਦੀ ਸੱਜਣ ਉਹ ਹੁੰਦਾ ਕਿ ਜੇ ਤੈਨੂੰ ਕੋਈ ਵਕਤ ਪੈ ਜੇ ਨਾ, ਵਕਤ ਦੇ ਵਿੱਚ ਤੇਰੇ ਮਗਰ ਖੜੋਤਾ ਹੋਵੇ। ਅੱਜ ਕੋਈ ਵਿਰਲਾ ਹੀ ਹੈ, ਵਕਤ ਪਿਆ ਨਹੀਂ ਤੇ ਆਪਾਂ ਕਹਿਣਾ ਮੈਂ ਤਾਂ ਜਾਣਦੀ ਨਹੀਂ, ਮੈਂ ਤਾਂ ਉੱਦੇ ਗੁਰਦੁਆਰੇ ਬਲਾਕ ਨੂੰ ਲਈਦਾ, ਮੈਂ ਆਪਣੇ ਥੋੜਾ ਕੋਈ ਦਿਲੋਂ ਹੈਗਾ। ਪੈਰ ਤੇ ਬਦਲ ਜਾਣਗੇ ਲੋਕ, ਪਰ ਮਾਰੀ ਕਿਰਪਾ ਕਰਨਾ ਜਿੱਥੇ ਹੈਗੇ ਵੀ ਕੋਈ ਫਰਕ ਨਹੀਂ। ਜਿੱਥੇ ਮੁਹੱਬਤ ਲੋਕ ਕਰਦੇ ਨੇ, ਤੁਹਾਰੇ ਸੱਚੇ ਪਾਤਸ਼ਾਹ ਕਹਿੰਦੇ ਇਹੋ ਜਿਹਾ ਸੱਜਣ ਬਣਾ ਜਿਹੜਾ ਤੇਰੇ ਨਾਲ ਖੜੋਵੇ। ਤੂੰ ਇਦਾਂ ਦੇ ਨਕਮੇ ਬਣਾ ਛੱਡੇ ਜਿਨ੍ਹਾਂ ਤੈਨੂੰ ਉੱਥੇ ਛੱਡ ਕੇ ਭੱਜ ਜਾਣਾ। ਤੋ ਇਸ ਕਰਕੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਦੇ ਨਾਲੋਂ ਘਟਾ ਦੇ ਤੇ ਇਦਾਂ ਦਾ ਸੱਜਣ ਬਣਾ ਜਿਹੜਾ ਤੇਰੇ ਲਈ ਕੁਰਬਾਨ ਹੋਵੇ, ਤੇਰੇ ਲਈ ਜ਼ਿੰਦਗੀ ਵੀ ਲਾ ਦੇ। ਉਹ ਸੱਜਣ ਜਾਂ ਤਾਂ ਗੁਰੂ ਗ੍ਰੰਥ ਸਾਹਿਬ ਹੈ ਤੇ ਜਾਂ ਕੋਈ ਰੱਬ ਦਾ ਸੂਰਮਾ ਹੈ, ਰੱਬ ਦੀ ਬੰਦਗੀ ਕਰਨ ਵਾਲਾ। ਜਦੋਂ ਘੇਰਾ ਪੈ ਗਿਆ ਸੀ ਨਾ ਬਾਬਾ ਅਜੀਤ ਸਿੰਘ ਨੂੰ ਸਰਸਾ ਦੇ ਕੰਢੇ ਤੇ, ਚਾਰੇ ਪਾਸਿਓਂ ਘਿਰ ਗਿਆ ਸੀ ਬਾਬਾ ਅਜੀਤ ਸਿੰਘ ਵੱਡਾ ਸਾਹਿਬਜ਼ਾਦਾ ਗੁਰੂ ਗੋਬਿੰਦ ਸਿੰਘ ਦਾ।
ਤੇ ਚਾਰੇ ਪਾਸਿਆਂ ਤੋਂ ਦੁਸ਼ਮਣ ਹੱਸਦਾ ਸੀ ਤੇ ਸਾਹਮਣੇ ਬਾਬਾ ਉਦੇ ਸਿੰਘ ਨੇ ਵੇਖਿਆ। ਅਜੀਤ ਸਿੰਘ ਨੂੰ ਪੈ ਗਿਆ ਘੇਰਾ। ਉਦੇ ਸਿੰਘ ਨੇ ਤੱਕ ਲਿਆ, ਅੱਗਿਓਂ ਵਾਧਾ ਦੁਸ਼ਮਣ ਆ ਕੇ ਉਦੇ ਸਿੰਘ ਨੇ ਡੱਕ ਲਿਆ। ਲਹੂ ਭਿੱਜੀਆਂ ਤਲਵਾਰਾਂ ਉੱਥੇ ਅੰਮ੍ਰਿਤ ਵੇਲੇ ਲਹਿਰਾਉਂਦੇ ਨੇ। ਆਸਾ ਵਾਰ ਲਗਾ ਕੇ ਬੈਠੇ ਸਿੰਘ ਤਲਵਾਰਾਂ ਵਾਹੁੰਦੇ ਨੇ। ਬਾਬਾ ਜੀ ਨੂੰ ਘੇਰਾ ਪਿਆ। ਬਾਬਾ ਉਦੇ ਸਿੰਘ ਨੇ ਵੇਖਿਆ ਤੇ ਜਿਹੜਾ ਤੀਰ ਬਾਬਾ ਅਜੀਤ ਸਿੰਘ ਦੀ ਛਾਤੀ ਨੂੰ ਆਇਆ ਸੀ ਉਹ ਆਪਣੀ ਛਾਤੀ ਤੇ ਆ ਗਿਆ। ਸਾਰੀ ਛਾਤੀ ਵਿੰਨਤੀ ਦੁਸ਼ਮਣ ਨੇ ਲੜਦਿਆਂ ਘੇਰਾ ਤੋੜ ਕੇ ਕਹਿੰਦੇ ਸੱਜਣਾ ਤੂੰ ਨਿਕਲ ਜਾ, ਅਜੇ ਚਮਕੌਰ ਦੀ ਗੜੀ ਬਾਜੀਆਂ ਮਾਰਦੀ ਐ, ਇਹਨਾਂ ਨੂੰ ਮੈਂ ਰੋਕਦਾ ਏ। ਸਾਰਾ ਸਰੀਰ ਹੀ ਜ਼ਖਮਾਂ ਦੇ ਨਾਲ ਭਰ ਗਿਆ। ਕਹਿੰਦੇ ਸੱਜਣ ਕਹਿਰ ਦਾ ਝੱਖੜ ਵਗੇ ਪਾਣੀ ਚ ਪੈਣ ਛੱਲਾਂ, ਵਿਰਲੇ ਮਲਾ ਫਿਰ ਬੇੜੀ ਬੰਨੇ, ਪੈਂਦਾ ਜਿਉਂ ਵਕਤ ਸੱਚ ਆਖਿਆ ਸਿਆਣਿਆਂ ਨੇ, ਸੱਜਣਾ ਦਾ ਸਾਥ ਉਦੋਂ ਵਿਰਲੇ ਨਿਭਾਉਂਦੇ ਨੇ। ਸੁੱਖਾਂ ਵੇਲੇ ਸਾਰੀ ਦੁਨੀਆ ਨੇੜੇ ਹੋ ਕੇ ਪਰਖੇ ਜਾਣ ਸੱਜਣੇ ਉਸ ਵੇਲੇ ਜਦੋਂ ਬਾਜੀ ਮੁੱਠੀ ਪੈਂਦੀ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ। ਬਾਬਾ ਅਜੀਤ ਸਿੰਘ ਟੱਪ ਕੇ ਸਰਸਾ ਨੂੰ ਤੇ ਬਾਬਾ ਉਦੇ ਸਿੰਘ ਜੀ ਸ਼ਹੀਦ ਹੋ ਗਏ। ਤੇ ਬਾਬਾ ਉਦੇ ਸਿੰਘ ਦਾ ਚਿਹਰਾ ਜਿਹੜਾ ਸੀ ਗੁਰੂ ਗੋਬਿੰਦ ਸਿੰਘ ਨਾਲ ਮਿਲਦਾ ਸੀ। ਇਹਨਾਂ ਨੇ ਚਿਹਰਾ ਵੱਢ ਲਈ, ਸਿਰ ਵੱਢ ਕੇ ਦਿੱਲੀ ਦਰਬਾਰ ਲੈ ਗਏ ਸੀ। ਜਾ ਕੇ ਕਹਿੰਦੇ ਔਰੰਗਜ਼ੇਬ ਵੇਖ ਗੁਰੂ ਗੋਬਿੰਦ ਸਿੰਘ ਦਾ ਸੀਸ ਲੈ ਕੇ ਆਏ। ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨਹੀਂ ਹੋ ਸਕਦਾ, ਮੇਰਾ ਦਿਲ ਨਹੀਂ ਮੰਨਦਾ। ਮੈਂ ਕਹਿੰਦਾ ਕੋਈ ਕੱਪੜੇ ਦਿੰਦਾ, ਸੋਨਾ ਦਿੰਦਾ, ਚਾਂਦੀ ਦਿੰਦਾ, ਪਰ ਤੁਹਾਨੂੰ ਕੋਈ ਰੂਪ ਨਹੀਂ ਦੇ ਸਕਦਾ। ਬਾਬਾ ਧਾਗਾ ਦੇ ਦੂ, ਲਾਚੀ ਦੇ ਦੂਗਾ, ਸ਼ਬਦ ਦੇ ਦੂਗਾ, ਕੋਈ ਰੂਪ ਦਊ ਤੁਹਾਨੂੰ? ਇਮਾਨਦਾਰੀ ਨਾਲ ਦੱਸਿਓ। ਪੂਰੇ ਵਰਲਡ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਜੇ ਕੋਈ ਈਸਾਈ ਹੈ ਉਹਦੇ ਕੋਲ ਹਜ਼ਰਤ ਈਸਾ ਦਾ ਰੂਪ ਨਹੀਂ ਹੈਗਾ। ਜੇ ਕੋਈ ਰਾਮ ਦਾ ਪ੍ਰੇਮੀ ਹੈ ਤੇ ਉਹਦੇ ਕੋਲ ਰਾਮ ਦਾ ਰੂਪ ਨਹੀਂ ਹੈਗਾ। ਜੇ ਕੋਈ ਕ੍ਰਿਸ਼ਨ ਦੀ ਲੀਲਾ ਨੂੰ ਪਿਆਰ ਕਰਦਾ ਤੇ ਕ੍ਰਿਸ਼ਨ ਦਾ ਰੂਪ ਨਹੀਂ ਹੈਗਾ। ਸਿੱਖਾ ਤੇਰਾ ਗੁਰੂ ਗੋਬਿੰਦ ਸਿੰਘ ਕਿੰਨਾ ਤੈਨੂੰ ਪਿਆਰ ਕਰਦਾ। ਦੁਨੀਆ ਸਭ ਕੁਝ ਦੇ ਸਕਦੀ ਪਰ ਆਪਣਾ ਰੂਪ ਕਿਸੇ ਨੂੰ ਨਹੀਂ ਦੇ ਸਕਦੀ। ਮੇਰੇ ਗੁਰੂ ਗੋਬਿੰਦ ਸਿੰਘ ਨੇ ਆਪਣਾ ਰੂਪ ਵੀ ਤੁਹਾਨੂੰ ਦਿੱਤਾ। ਤੁਹਾਨੂੰ ਪਤਾ ਦੋ ਸਿੱਖਾਂ ਦਾ ਸਿਰ ਵੱਢ ਕੇ ਲਗਾਇਆ ਸੀ, ਇੱਕ ਬਾਬਾ ਸੰਗਤ ਸਿੰਘ ਜੀ ਦਾ, ਬਾਬਾ ਉਦੇ ਸਿੰਘ ਜੀ ਦਾ। ਇੰਨਾ ਚਿਹਰਾ ਦਾੜਾ ਦਮਾਲਾ ਰਲਦਾ ਸੀ, ਭੁਲੇਖਾ ਪੈ ਗਿਆ ਕਹਿੰਦੇ ਗੁਰੂ ਗੋਬਿੰਦ ਸਿੰਘ। ਅੱਜ ਗੁਰੂ ਕੇ ਪੰਜ ਪਿਆਰੇ ਸਜੇ ਹੋਣ, ਚੋਲੇ ਪਾਏ ਹੋਣ, ਦਸਤਾਰਾਂ ਇੱਕੋ ਜਿਹੀਆਂ, ਤੇ ਭੁਲੇਖਾ ਪੈ ਜਾਂਦਾ ਵੀ ਇਹਨਾਂ ਚੋਂ ਕਿਹੜਾ ਕੀ ਹੈ। ਇਹ ਗੁਰੂ ਗੋਬਿੰਦ ਸਿੰਘ ਨੇ ਆਪਣਾ ਰੂਪ ਵੀ ਤੁਹਾਨੂੰ ਚੜਾ ਕੇ ਰੱਖ ਦਿੱਤਾ। ਵੱਖਰੀ ਗੱਲ ਹੈ ਅਸੀਂ ਰੱਬ ਦੇ ਦਿੱਤੇ ਗਿਫਟਾਂ ਨੂੰ ਵਗਾ ਕੇ ਮਾਰਿਆ। ਜਿਹੜੇ ਲੋਕਾਂ ਦੇ ਦਿੱਤੇ ਸੀ ਉਹ ਲੈ ਲਏ, ਕਲਾਕਾਰਾਂ ਦੇ ਦਿੱਤੇ ਰੂਪ ਲੈ ਲਏ ਬੱਚਿਆਂ ਨੇ। ਜਿਹੜੇ ਗੁਰੂ ਕਿਆਂ ਨੇ ਦਿੱਤੇ ਸੀ ਉਹਨਾਂ ਨੂੰ ਤਾਂ ਪਤਾ ਨਹੀਂ ਕਿੱਥੇ ਜਿੰਦਰਾ ਲਾ ਕੇ ਰੱਖ ਦਿੱਤਾ। ਸੋ ਮਹਾਰਾਜ ਕਹਿੰਦੇ ਭਾਈ ਐਸਾ ਸੱਜਣ ਲੋੜ ਲਓ ਜਿਹੜਾ ਤੇਰਾ ਸਾਥ ਦੇਵੇ। ਹੱਥ ਮਰੋੜੈ ਤਨ ਕਪੇ ਸਿਆਓ ਆਸੇਤਾ। ਮਹਾਰਾਜ ਕਹਿੰਦੇ ਫਿਰ ਜਦੋਂ ਜਾਨ ਨਿਕਲਦੀ ਨਾ ਬੰਦੇ ਦੀ ਅੱਖੋਂ ਤਾਂ ਸਰੀਰ ਦਾ ਪਟਾਕੇ ਪੈ ਜਾਂਦੇ ਆ। ਹੱਡਾਂ ਦੇ ਵਿੱਚੋਂ ਜਦੋਂ ਜਿੰਦ ਜੰਮ ਲੈ ਕੇ ਜਾਂਦੇ ਤੇ ਬੜੇ ਔਖੇ ਹੋਣਾ ਪੈਂਦਾ। ਜਿਹੜੇ ਬੰਦਗੀ ਵਾਲੇ ਹੁੰਦੇ ਉਹ ਤੇ ਇਦਾਂ ਹੀ ਚੱਲ ਜਾਂਦੇ, ਅੱਖਾਂ ਮੀਟੀਆਂ, ਢੋਲ ਲੱਗੀ ਰਹਿ ਜਾਂਦੀ। ਤੇ ਕਈ ਵਿਚਾਰਿਆਂ ਨੂੰ ਵੇਖੋ ਕਿੰਨਾ ਵਿਲਕ ਵਿਲਕ ਕੇ ਮੌਤ ਆਉਂਦੀ ਹੈ। ਜਿਹੜੇ ਲਾਗੇ ਮੌਤ ਰਹਿੰਦੇ ਉਹਨਾਂ ਦੀ ਰੂਹ ਕੰਬ ਜਾਂਦੀ ਹੈ। ਕਈ ਵਾਰੀ ਆਪਾਂ ਅਰਦਾਸ ਕਰਾਈ ਦੀ ਰੱਬਾ ਹੁਣ ਤੇ ਲੈ ਜਾ, ਹੁਣ ਤੇ ਮੰਜੇ ਤੇ ਪਿਆ ਵੀ ਨਹੀਂ ਜੀਦਾ, ਅਰਦਾਸਾਂ ਕਰਾਉਂਦੇ ਆ ਕਈ। ਇਸ ਕਰਕੇ ਪਹਿਲਾਂ ਹੀ ਆਖੀਦਾ ਮਹਾਰਾਜ ਗਲਤੀਆਂ ਤੇ ਬਹੁਤ ਕੀਤੀਆਂ ਹੀ, ਫੇਰ ਵੀ ਤੇਰੇ ਘਰੋਂ ਕੁਛ ਨਹੀਂ ਮੰਗਦੇ। ਇੱਕੋ ਚੀਜ਼ ਹੈ ਵੀ ਜਿੱਦਣ ਨੂੰ ਜਾਵੇਂ ਕਥਾ ਕਰਦੇ ਹੀ ਲੈ ਜੀ। ਤੇ ਬਾਕੀ ਤੇ ਚਲੋ ਵਰਜੀ ਤੇ ਉਹਦੀ ਹੈ, ਵੈਸੇ ਅਰਦਾਸ ਤੇ ਕਰਨੀ ਚਾਹੀਦੀ। ਕਹਿੰਦੇ ਜੇ ਗੁਰ ਪੇ ਭੇਜੇ ਨਰਕ ਨੂੰ ਸਵਰਗ ਦੀ ਰੱਖੀਏ ਆਸ, ਆਸ ਰੱਖੇ ਤੇ ਰੱਬ ਦਿੰਦਾ ਏ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਦਣ ਸਮਾਂ ਆਇਆ ਬਹੁਤ ਔਖੀ ਜਾਨ ਬੰਦੇ ਦੀ ਨਿਕਲਦੀ ਹੈ। ਜੇ ਆ ਬੀਜੈ ਸੋ ਲੁਣੈ ਕਰਮਾ ਸੰਤੜਾ ਖੇਤ। ਕਹਿੰਦੇ ਫਿਰ ਕੀ ਹੁੰਦਾ ਜਦੋਂ ਜਿੱਦ ਜਾਂਦੀ ਹੈ ਤੇ ਜਿਹੜੇ ਜਿਹੜੇ ਕਰਮ ਕੀਤੇ ਉਹ ਅੱਗੇ ਖੜੋਤੇ ਹੁੰਦੇ ਆ। ਸੱਚ ਜਾਣਿਓ, ਤੁਸੀਂ ਬਾਹਰ ਜਾਂਦੇ ਹੋ ਤੇ ਜਦੋਂ ਫਲੈਟ ਉਤਰਦੀ ਜਾ ਕੇ ਕੈਨੇਡਾ ਤੇ ਜਿਨ੍ਹਾਂ ਤੁਹਾਨੂੰ ਲਿਜਾਣਾ ਅੱਗੇ ਖੜੋਤੇ ਹੁੰਦੇ ਨਾ। ਤੇ ਪਿਆਰੇ ਇਸੇ ਤਰ੍ਹਾਂ ਜਦੋਂ ਕੋਈ ਬੰਦਗੀ ਵਾਲਾ ਜਾਂਦਾ ਹੈ ਤੇ ਉਹਨੂੰ ਫਿਰ ਗੁਰੂ ਨਾਨਕ ਸਾਹਿਬ ਆਪਣੇ ਪਿਆਰੇ ਭੇਜਦੇ ਆ ਵੀ ਲੈ ਆਓ। ਤੇ ਮੇਰੇ ਵਰਗਾ ਪਾਪੀ ਜਾਂਦਾ ਤੇ ਗਾੜੀ ਖੜੋਤੇ ਹੁੰਦੇ ਜਮਦੂਤ ਤੇ ਨਰਕ ਦੇ ਵਿੱਚ ਪਾ ਦਿੰਦੇ ਜਿੱਥੇ ਮਹਾ ਮਹਾ ਹਥਿਆਰਿਆ। ਨਾਨਕ
ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤਾ। ਗੁਰੂ ਅਰਜਨ ਸਾਹਿਬ ਨੇ ਸ਼ਬਦ ਉਚਾਰਿਆ ਤੇ ਜਦੋਂ ਆ ਅਰਥ ਸੁਣੇ ਤੇ ਸਾਰਿਆਂ ਦੀ ਰੂਹ ਕੰਬ ਗਈ। ਹੁਣ ਕਈ ਵਾਰੀ ਬੰਦਾ ਕਹਿੰਦਾ ਜੀ ਅੱਜ ਸੰਗਰਾਂਦ ਹੈ ਬਾਬਾ ਜੀ, ਪਰ ਆ ਜਿਹੜਾ ਮੁੱਖ ਵਾਕ ਅੱਜ ਆਇਆ ਮਹਾਰਾਜ ਸਾਹਿਬ ਨੇ ਕਿੰਨਾ ਕੁਝ ਤੁਹਾਨੂੰ ਦੱਸਿਆ। ਜਦੋਂ ਸਾਰਾ ਸ਼ਬਦ ਦੱਸਿਆ ਤੇ ਸੰਗਤ ਹੱਥ ਜੋੜ ਕੇ ਕਹਿੰਦੀ ਸਤਿਗੁਰੂ ਇੰਨਾ ਡਰਾ ਦਿੱਤਾ ਜੇ, ਹੁਣ ਇਹ ਵੀ ਦੱਸ ਦਿਓ ਵੀ ਬਚਣਾ ਕਿੱਦਾਂ ਹੈ, ਬਚਾ ਕਿੱਦਾਂ ਹੋਵੇ। ਤੇ ਮਾਰੇ ਕਹਿੰਦੇ ਵਿੱਚ ਸੁਣੋ ਨਾਨਕ ਪ੍ਰਭ ਸ਼ਰਨਾਗਤੀ, ਇਹਦੇ ਸੰਗਤ ਜਿੱਥੇ ਬੈਠੀ ਉੱਥੇ ਆ ਜਾਏਗਾ। ਚਰਨ ਬੋਇਤ ਪ੍ਰਭ ਦੇਤ, ਗੁਰੂ ਸਾਹਿਬ ਜਹਾਜ਼ ਬਣਾਇਆ ਇੱਕ ਜਿਹਦੇ ਵਿੱਚ ਆਪਾਂ ਇਸ ਵੇਲੇ ਬੈਠੇ ਹਾਂ। ਵਾਹਿਗੁਰੂ ਨਾਮ ਨਹੀਂ ਚੜ੍ਹਦੇ ਇੰਨੇ ਮਰ ਜਾਣੇ ਨਾ ਕੋ ਸਤਨਾਮ। ਕੈਨੇਡਾ ਅਮਰੀਕਾ ਇੰਗਲੈਂਡ ਵਾਲੀਆਂ ਬਾਰੀਆਂ ਨੂੰ ਤਾਂ ਮੇਰੇ ਵਰਗੇ ਤਿਆਰ, ਪਰ ਬਾਬਾ ਨਾਨਕ ਇੱਕ ਜਹਾਜ਼ ਦੇ ਕੇ ਗਿਆ ਸੀ, ਕਹਿੰਦੇ ਮਰ ਜਾਓ ਕਿਤੇ ਚੜ੍ਹ ਜਿਆ ਕਰੋ। ਕਹਿੰਦੇ ਨਹੀਂ ਜੀ ਬਾਬਾ ਇੱਥੇ ਨਹੀਂ ਚੜ੍ਹਨਾ, ਉੱਤੇ ਚੜ੍ਹਨਾ ਹੈ। ਮਾਰੇ ਕਹਿੰਦੇ ਇੱਥੇ ਚੜ੍ਹ ਜਾਓ, ਇਹ ਸਭ ਤੋਂ ਵੱਡਾ ਹੈ, ਦੂਜੇ ਤੇ ਆਪੇ ਚੜ੍ਹਨਾ। ਹੁਣ ਜੇ ਕੋਈ ਤੁਹਾਨੂੰ ਦੁਬਈ ਦੇ ਜਹਾਜ਼ ਤੇ, ਤੁਸੀਂ ਦੁਬਈ ਜਾਣਾ, ਤੁਹਾਨੂੰ ਕੋਈ ਕਹੇ ਤੈਨੂੰ ਅਮਰੀਕਾ ਦੇ ਜਹਾਜ਼ ਤੇ ਚੜਾਈਏ, ਤੁਸੀਂ ਜਿੱਦ ਕਰੀ ਜਾਓ ਕਿ ਨਹੀਂ ਮੈਂ ਦੁਬਈ ਵਾਲੇ ਤੇ ਜਾਣਾ, ਕਮਲਿਆ ਅਮਰੀਕਾ ਵਾਲੇ ਤੇ ਆ ਜਾ। ਇਸ ਕਰਕੇ ਬਾਬੇ ਨੇ ਜਹਾਜ਼ ਬਣਾਤਾ 1708 ਨੂੰ। ਮਹਾਰਾਜ ਦਾ ਹਜ਼ੂਰ ਸਾਹਿਬ ਪ੍ਰਕਾਸ਼ ਕਰਕੇ ਉੱਥੇ ਮਹਾਰਾਜ ਨੇ ਦੋਹਰਾ ਪੜਤਾ ਸੀ, ਆਗਿਆ ਭਈ ਅਕਾਲ ਕੀ। ਮਹਾਰਾਜ ਕਹਿੰਦੇ ਅਖੀਰੀ ਪੰਕਤੀਆਂ 'ਚ ਵਾਹਿਗੁਰੂ ਨਾਮ ਜਹਾਜ਼ ਚੜੇ ਸੁਤਰੇ, ਜਿਹੜੇ ਕਿਤੇ ਚੜ ਗਏ ਪਾਰ ਹੋ ਜਾਣਗੇ। ਸੇ ਭਾਦੋਏ ਨਰਕ ਨਾ ਪਾਈਐ, ਗੁਰ ਰੱਖਣ ਵਾਲਾ ਹੇਤਾ। ਮਹਾਰਾਜ ਕਹਿੰਦੇ ਭਾਦੋਂ ਦਾ ਮਹੀਨਾ ਸੰਪੂਰਨ ਹੈ, ਜਿਹੜੇ ਗੁਰੂ ਨੂੰ ਪਿਆਰ ਕਰਦੇ ਸੇਵਾ ਬਾਣੀ ਪੜ੍ਹਦੇ ਐ। ਭਾਈ ਇਹਦਾ ਕਿਤੇ ਇਸ ਮਹੀਨੇ ਦੇ ਵਿੱਚ ਆਪਣੀ ਟਿਕਟ ਹੋ ਜੇ ਨਾ, ਸਮਝ ਗਏ ਹੋ, ਆਖੋ ਵਾਹਿਗੁਰੂ। ਮੰਨ ਲਓ ਕਿ ਹੁਣ ਸਾਰਿਆਂ ਨੇ ਜਾਣਾ, ਸੰਗਤ ਜੀ ਹੁਣ ਆਪਣੇ ਵਾਸਤੇ ਕਿਹੜਾ ਮਹੀਨਾ ਚੁਣਿਆ ਤੇ ਮਹਾਰਾਜ ਨੂੰ ਪਤਾ ਕਿ ਆਪਣੀ ਸੀਪ ਕਿਹੜੇ 'ਚ ਲੱਗਣੀ ਹੈ। ਸਾਉਣ ਦੇ ਮਹੀਨੇ 'ਚ ਆਪਾਂ ਮਰਨਾ ਹੈ, ਭਾਦੋਂ 'ਚ ਜਾਣਾ, ਸ਼ੁਕਰ ਤੇ ਜਿਵੇਂ ਬਾਬਾ ਜੀ ਇੰਨਾ ਨਾ ਕਹੋ। ਪਰ ਮਹਾਰਾਜ ਕਹਿੰਦੇ ਸੇ ਭਾਦੋਏ ਨਰਕ ਨਾ ਪਾਈਐ, ਜਿਹੜੇ ਸੇਵਾ ਸਿਮਰਨ ਕਰਨਗੇ ਇਸ ਮਹੀਨੇ ਦੇ ਵਿੱਚ ਬਾਈਕ ਦਾ ਸਦਾ ਆ ਜੇ ਬਾਪੂ ਦੇ ਘਰੋਂ, ਨਰਕ ਦੇ ਵਿੱਚ ਨਹੀਂ ਜਾਣ ਦਿੰਦੇ। ਗੁਰ ਰੱਖਣ ਵਾਲਾ ਉਹੀ ਕਰਦੇ ਨੇ ਜਿਨ੍ਹਾਂ ਨੇ ਬਚਨ ਕਮਾਇਆ, ਉਹੀ ਕਰਦੇ ਨੇ ਜਿਨ੍ਹਾਂ ਨੇ ਬਚਨ ਕਮਾਇਆ। ਉਹੀ ਕਰਦੇ ਨੇ ਜਿਨ੍ਹਾਂ ਨੇ ਬਚਨ ਕਮਾਇਆ, ਉਹੀ ਕਰਦੇ ਨੇ ਜਿਨ੍ਹਾਂ ਨੇ ਬਚਨ ਕਮਾਇਆ। ਉਹੀ ਕਰਦੇ ਨੇ ਜਿਨ੍ਹਾਂ ਨੇ ਬਚਨ ਕਮਾਇਆ, ਉਹੀ ਕਰਦੇ ਨੇ ਜਿਨ੍ਹਾਂ ਨੇ ਬਚਨ ਕਮਾਇਆ। ਉਹੀ ਕਰਦੇ ਨੇ ਜਿਨ੍ਹਾਂ ਨੇ ਬਚਨ ਕਮਾਇਆ, ਉਹੀ ਕਰਦੇ ਨੇ ਜਿਨ੍ਹਾਂ ਨੇ ਬਚਨ ਕਮਾਇਆ। ਗੁਰੂ ਨਾਨਕ ਸਾਹਿਬ ਜੀ ਨੇ ਕਮਾਈ ਕੀਤੀ ਬਹੁਤ, ਲੱਖਾਂ ਡਾਲਰ ਪਾਉਂਡ ਸੋਨਾ ਚਾਂਦੀ ਕਮਾਇਆ, ਪਰ ਕੁਛ ਨਹੀਂ ਮਿਲਿਆ। ਪਰ ਜਿਹੜੇ ਕਿਤੇ 15-20 ਮਿੰਟ ਸੰਗਤ ਵਿੱਚ ਬਹਿ ਕੇ ਦੋ ਮਹਾਰਾਜ ਦੇ ਬੋਲ ਸੁਣ ਕੇ ਉਹਨਾਂ ਦੀ ਪਹਿਰਾ ਦੇ ਗਏ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਏਕ ਸ਼ਬਦ ਮੇਰਾ ਪ੍ਰਾਣ ਬਸਦਾ ਹੈ, ਬੌੜ ਜਨਮ ਨਾ ਮੁੜ ਕੇ ਨਹੀਂ ਜਨਮ ਆਵੇਗਾ। ਸੁਆ ਉਸਾ ਸੁਗਤ 10-12 ਮਿੰਟ ਸਮਾਂ ਬਾਕੀ ਹੈ। ਅੱਜ ਗੁਰੂ ਨਾਨਕ ਸਾਹਿਬ ਨੇ ਮੱਝਾਂ ਚਾਰਨ ਜਾਣਾ ਹੈ, ਆਖੋ ਸਤਿਨਾਮ। ਸੱਚੇ ਪਾਤਸ਼ਾਹ ਮਹਾਰਾਜ ਜੀ ਕੱਲ ਆਪਾਂ ਸਰਵਣ ਕੀਤਾ ਸੀ ਕਿ ਮਹਾਰਾਜ ਨੇ ਆਪਣੇ ਨੰਨੇ ਪਿਆਰੇ ਪਿਆਰੇ ਹੱਥਾਂ ਦੇ ਨਾਲ ਮੱਝਾਂ ਦੇ ਸੰਗਲ ਖੋਲੇ। ਤੇ ਸੱਚ ਜਾਣਿਓ, ਰੱਬ ਜਦੋਂ ਵੀ ਕੋਈ ਚੀਜ਼ ਨੂੰ ਹੱਥ ਲਾਉਂਦਾ ਹੈ ਤੇ ਉਹਦੇ ਵਿੱਚ ਰਮਜ ਹੁੰਦੀ ਹੈ। ਉਹ ਪਸ਼ੂਆਂ ਦਾ ਵੀ ਜਨਮ ਸਫਲਾ ਹੋ ਗਿਆ, ਕਿਉਂਕਿ ਬੰਧਨਾਂ ਤੋਂ ਮੁਕਤ ਕਰਨਾ ਹੈ ਮਹਾਰਾਜ ਨੇ। ਗੁਰੂ ਨਾਨਕ ਦੀ ਨਦਰ ਜਿਹਦੇ ਤੇ ਪੈ ਜੇ ਉਹਦੀ ਬੰਦ ਖਲਾਸੀ ਹੋ ਜਾਂਦੀ ਹੈ। ਬੰਦ ਖਲਾਸੀ ਭਾਣੇ ਹੋਏ ਹੋਰ ਆਖਣਾ, ਜੇ ਕੋ ਖਾਇਕ ਉਹ ਜਾਣੇ ਆਪੇ ਜਾਣੇ, ਆਖੇ ਸੇਵੇ ਜਿਸ ਨੂੰ ਨਾਨਕ।
महाराज कहते जेड़ा गुरु की संगत बैठी होवे विच बह जांदा ना आके प्यार दे नाल वो बादशाह बन जाता, क्योंकि इत्थे सिफत हो रही है ना रब दी। ते जेड़ा बह गया महाराज कहते जिस नूं बख्शे सिफत सलाह, कई बारी आपां भोल आपां बह के संगत विच कहीदा महाराज मैनूं भी कुछ दे दिओ, मैं गरीबी च ही तुर जाना। महाराज कहते जिन्हों मैं अपनी गोदी च थान देती उन्होंने सब तो वड्डी मेरी दित्ती। ये कर्मां वालिओ तुसीं सारे भैणां वीर सेवा करदे हो। महाराज जी गुरु अर्जन साहिब दे घर दी चाबी पकड़नी बहुत औखी है। असीं तां कई वारी अखां भरी दियां भाई साहब बैठे है लड़ भी लिखदा। कई वारी एक बार इदां होया कि दास नूं काली ते असीं दोवें ते चाबी ना उत्थे सी ते थोड़ा जिहा 10 कदमां तो ते भाई साहब भी जल्दी से ना चाबी दा सुरती, चाबी सुरती ते मैं इदां बुझन लगा तां थल्ले डिग पई। गल नॉर्मल सी, हुण जिन्ने बंदगी कीती वो इहनूं डूंगी लऊगा। लागे कोई साधु संत कोई दर्शन करन आया, उन्हें एक घटना देखी साडी दों दी, आवाज मार के कहंदा प्यारिओ कदर करिया करो। मैं कहा जी सॉरी। कहंदे पुੱਤ तुसीं ये वेखो तुहाडी किन्ने जन्मां दी कमाई है। किसी ने भैया भी रखना होवे ते पहला 100 वारी उहदी इंटरव्यू लैंदा। कहंदे तुसीं उम्र ले ना वेखो बच्चे आ, पर तुहाडी पिछले जन्मां दी किन्नी कमाई होगी। जेड़ा खुद रब गुरु अर्जन साहिब धरती ते आए उन्हां अपने दरबार दी चाबी तुहानूं दित्ती कि बुद्ध तुसीं सवेरे बूहा खोल के ते प्रकाश करना। तुहानूं उहने चुनिया इन्नी दुनिया च भी तुसीं मेरे घर मैनूं जिम्मेवार तुसीं मैनूं तुहाडे ते भरोसा है भी तुसीं इस तख्त ते बह के सारिआं नूं इक्के आखणगे, सारिआं नूं प्यार करोगे। ये नहीं भी जे मेरा रिश्तेदार आया तो मैं उन्होंने सत्कार देता, कोई गरीब आया तो उन्होंने चपेड़ मारूं चल बाहर। ऐसे बहुता इदां ही हुंदा कई थावां ते धार्मिक स्थानां ते पैसा खैक तमाशा देख, पर नहीं महाराज कहंदा पुੱਤ मेरी गोदी च बह के इंसाफ करी, सारिआं नूं उसे अख नाल वेखना ते इक्को जिहा भला मंगना है। तो धन मेरे गुरु नानक साहिब जी चले पहले दिन मझां चारण वास्ते। मनो गोपाल जपाचल नामा प्रगट करत है जन सुख धामा। मेरे पातशाह महाराज ने जो सोटी पकड़ी ते कवि राज जी कहंदे वो पशुआं दे भी किड्डे कर्म होणगे जिन्हां नूं खुद रब साक्षात सिर ते हत्थ रख के उन्हां दे रस्से खोल रिहा, उन्हां दे विच विचर रहा है। मंद मंद शुभ सुर भी पाचे सब बासुर चारत तृण आछे। महाराज हौली हौली पीछे जा रहे, निक्के निक्के कदम सोटा पकड़िया है। धरती भी हसदी आकाश भी हसदा, 33 करोड़ देवी देवते फुल वरसाउंदे है जदों महाराज जा रहे, क्योंकि वो खुदा आया सी ना नानक गुरु रहनुमा बन के आया, हर एक दर्दे दिल की दुआ बन के आया। नीचे ते आपको आपो अपने नाल मतलब है कोई किन्ना अंदरों दुखी है, पर महाराज सारे दे दिल दा दर्द हर एक दर्दे दिल की दुआ बन के आया। पापों की अग्नि में जलती थी दुनिया बुझाने की खातिर सफा बन के आया। दीनों के रक्षक वो सिखों के सतगुरु थे, मुसलमान के घर मुस्तफा बन के आया। आ दुई का पर्दा मिटाने की खातिर दुई किनु कहते पता कि आ कमोआ आ शिवाई ते आ मजबी ते आ जाटी अपनी ना रखना अपनी बरादरी ना। महाराज कहते मैं सारी जिंदगी लाती तुहानू एक पंगत दे के गया, एक बौली दे के गया भी इकट्ठे इशनान करो, एक सरोवर दिता, तुसी फिर वड्डी करदे, तुसी किते मर जाओ इदां दे, तुसी गुरुद्वारे बन ले। शिवियां दा वखरा, फरीदकियां दा वखरा, रविदासियां दा वखरा, जट्टां ने धन्ने नूं चक लिया कहंदे आ जा चलीए तेरा वखरा बनाउणे। भगत धन्ना कहंदा तुहाडा भला जे मैं तां किन्ने पापड़ वेल के मसी मसी गुरु ग्रंथ साहिब दी गोदी 'च बैठा, मैनूं ना लैके जाओ, तुहानूं इकट्ठियां करन ते असीं ड्यूटी लवाई, तुसीं सानूं ही आडा करदा। किन्ने नकम्मे आपां भगत इकट्ठे बैठे गुरु ग्रंथ साहिब 'च, वो सानूं इकट्ठियां करन आए सी, असीं भगतां नूं वखरियां करदा। ਇਹ ਤੇ ਇੰਨਾ ਸ਼ੁਕਰ ਆ ਵੀ ਥੋੜਾ ਜਿਹਾ ਡੰਡਾ ਕਾਇਮ ਆ ਖਾਲਸੇ ਦਾ, ਨਹੀਂ ਤੇ ਬਸ ਚੱਲੇ ਨਾ ਤੇ ਵਿੱਚੋਂ ਬਾਣੀ ਨੇ ਕੱਢ ਲਈ ਵੀ ਜਿੰਨੀ ਕਿ ਧੰਨੇ ਭਗਤ ਦੀ ਓਡਾ ਕਿ ਗ੍ਰੰਥ ਬਣਾ ਦਿਓ ਸਾਡਾ ਵੱਖਰਾ। तो इस करके महाराज कहते दुई का पर्दा मिटाने की खातिर
ਨਾਨਕ ਕੀ ਮੂਰਤ ਖੁਦਾ ਬਣ ਕੇ ਆਇਆ। ਮੇਰੇ ਪਾਤਸ਼ਾਹ ਜੀ ਜਾ ਰਹੇ ਨੇ ਪ੍ਰੇਮ ਦੇ ਵਿੱਚ। ਭਈ ਸੰਜਪੁਰ ਤਿਸ ਕੋ ਮੋਰੀ ਆਈ ਅਗਾਈ ਸਬਲੀ ਗੋਰੀ। ਇਹ ਮਾਰੇ ਸੱਚੇ ਪਾਤਸ਼ਾਹ ਜੀ ਬੜੇ ਸੋਹਣੇ ਲੱਗਦੇ ਐ। ਸਾਰੀਆਂ ਸੰਗਤਾਂ ਵੇਖ ਕੇ ਹੈਰਾਨ ਹੁੰਦੀਆਂ ਕਿ ਪਟਵਾਰੀ ਦਾ ਪੁੱਤ ਮੱਝਾਂ ਚਾਰਨ ਚੱਲਿਆ। ਪਰ ਜਿਨ੍ਹਾਂ ਨੂੰ ਸਮਝ ਸੀ ਉਹ ਪਤਾ ਸੀ ਇਹ ਖੁਦਾ ਏ, ਇਹ ਕਿਸੇ ਨੂੰ ਗੁਲਾਮੀ 'ਚ ਨਹੀਂ ਵੇਖ ਸਕਦਾ। ਜਿਹੜਾ ਪਸ਼ੂਆਂ ਦੇ ਸੰਗਲ ਖੁਲਾਉਣ ਆਇਆ ਸਾਡੇ ਵੀ ਖੋਲੇਗਾ। ਆਪਾਂ ਵੀ ਮੋਹ ਦੇ ਰਸਿਆਂ 'ਚ ਬੱਧੇ ਆ। ਜਦੋਂ ਬੰਦਾ ਮੋਹ 'ਚ ਫਸਦਾ ਉਦੋਂ ਗਲਤ ਰਸਤਾ ਅਪਣਾਉਂਦਾ। ਉਹਨੂੰ ਫਿਰ ਇਹੋ ਹੀ ਹੁੰਦਾ ਵੀ ਕਿਸੇ ਦੇ ਪੁੱਤ ਮਰਦੇ ਮਰਨ, ਮੈਂ ਤਾਂ 2 ਕਰੋੜ ਦੀ ਹੀਰੋ ਨੂੰ ਵੇਚ ਕੇ ਕੋਠੀ ਪਾਵਾਂ। ਉਹੀ ਹੈ ਵੀ ਤੇਰੇ ਬੱਚੇ ਨੂੰ ਫੋਰਚੂਨਰ ਗੱਡੀ ਗਿਫਟ ਕਰਦਾ ਜਨਮ ਦਿਨ ਤੇ, ਪਰ ਜਿਨ੍ਹਾਂ ਦੇ ਪੁੱਤ ਮਾਰਦੇ ਤੈਨੂੰ ਦਰਦ ਨਹੀਂ ਆਉਂਦਾ। ਮੋਹ ਜਦੋਂ ਬੰਦੇ 'ਚ ਜਾਗਦਾ ਫਿਰ ਬੰਦਾ ਗਲਤ ਰਸਤਾ ਅਪਣਾਉਂਦਾ। ਮੇਰੇ ਬਾਬੇ ਨੇ ਇਸੇ ਚੀਜ਼ ਨੂੰ ਖੰਡਨ ਕਰਕੇ ਸਾਨੂੰ ਗੱਲ ਨਾਲ ਲਾਇਆ। ਇਹਦੇ ਮਾਰੇ ਜਦੋਂ ਮੱਝਾਂ ਚਾਰਨ ਜਾਂਦੇ ਪੰਛੀ ਵੀ ਮਾਰੇ ਦਾ ਸਤਿਕਾਰ ਕਰਦੇ, ਹਵਾ ਵੀ ਮਾਰੇ ਨੂੰ ਮੱਥਾ ਟੇਕਦੀ, ਕਿਉਂਕਿ ਉਹ ਕੁਦਰਤ ਦਾ ਮਾਲਕ ਹੈ। ਲਾਡੂ ਹੀਰ ਹਰ ਕੋਰ ਭਾਰੀ ਲਖਿਓ ਕੇ ਲਗਿਓ ਮੋਈ ਸੁਤਕਾਰੀ। ਇਹਦੇ ਮਹਿਤਾ ਕਾਲੂ ਜੀ ਬੜੇ ਖੁਸ਼ ਹੁੰਦੇ ਆ। ਕਹਿੰਦੇ ਨਾਨਕ ਜਦੋਂ ਦਾ ਤੁਸੀਂ ਪਸ਼ੂ ਚਾਰਦੇ ਹੋ ਦੁੱਧ ਵੀ ਵੱਧ ਗਿਆ ਹੈ, ਪਸ਼ੂ ਵੀ ਰਾਜੀ ਹੋ ਗਏ ਹਨ। ਤੇ ਮਹਾਰਾਜ ਨੇ ਜਿਹੜਾ ਕੰਮ ਕੀਤਾ ਥੋੜੇ ਕੁ ਦਿਨ ਬਾਅਦ ਜਲਵਾ ਵੀ ਵਿਖਾਇਆ। ਤੇ ਹੁਣ ਅੱਗੇ ਪ੍ਰਸੰਗ 'ਚ ਮਹਾਰਾਜ ਨੇ ਫਿਰ ਕਿਸੇ ਦੇ ਖੇਤਾਂ 'ਚ ਸਾਰੀਆਂ ਛੱਡ ਦੇਣੀਆਂ। ਫਿਰ ਜਾ ਕੇ ਫਿਰ ਉਹਨਾਂ ਨੇ ਝਿੜਕਾਂ ਵੀ ਪੈਣੀਆਂ, ਪਰ ਨਹੀਂ। ਇਹਦਾ ਕਾਰਨ ਕਥਾ ਦਾ ਇਹੋ ਕਿ ਮਹਾਰਾਜ ਕਿਸੇ ਨੂੰ ਬੱਧਾ ਨਹੀਂ ਵੇਖ ਸਕਦੇ, ਸਾਰਿਆਂ ਨੂੰ ਆਜ਼ਾਦ ਕਰਨਾ ਚਾਹੁੰਦੇ ਹਨ। ਸਨੇ ਸਨੇ ਪਰਚੈ ਸਭ ਕਾਮੂ ਤਜੈ ਉਦਾਸੀ ਹਿਤ ਕਰਤਾਮੂ। ਇਹਦੇ ਮਹਾਰਾਜ ਤਾਂ ਬੰਦਗੀ ਦੀ ਮੂਰਤ ਸੀ ਤੇ ਮਹਿਤਾ ਕਾਲੂ ਜੀ ਕਹਿੰਦੇ ਹੁਣ ਹੌਲੀ ਹੌਲੀ ਲੱਗ ਪਿਆ ਕੰਮ ਤੇ, ਰੇੜੇ ਪੈ ਗਿਆ। ਪੰਜਾਬੀ ਦਾ ਸ਼ਬਦ ਆਪਣੇ ਰੇੜੇ ਪੈ ਗਿਆ ਵੀ ਤੁਰ ਪਿਆ ਬੱਚਾ, ਹੌਲੀ ਹੌਲੀ ਚਲੋ ਇਸ ਪਾਸੇ ਨੂੰ ਮੋੜ ਆਵੇਗਾ। ਤੇ ਮਾਂ ਪਿਓ ਨੂੰ ਹੁੰਦਾ ਵੀ ਹੈ ਜੀ ਸਾਰੇ ਆਸਾਂ ਕਰਕੇ ਆਪਾਂ ਪਾਲੀ ਦੇ ਬੱਚੇ ਜਵਾਨ ਕਰੀਦੇ ਆ। ਤੇ ਉਹ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਤੇ ਵੀ ਆਸਾਂ ਨੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਤੋਂ ਅਸੀਂ ਇਹਨੇ ਵੀ ਕੁਝ ਕਮਾਵੇ, ਪਰ ਇਹ ਨਹੀਂ ਕਿ ਇਹ ਤਾਂ ਸਾਰਿਆਂ ਦੀਆਂ ਆਸਾਂ ਪੂਰੀਆਂ ਕਰਨ ਵਾਲਾ। ਇਹ ਤਾਂ ਸਾਡੀਆਂ ਇਕੱਲਿਆਂ ਦੀਆਂ ਨਹੀਂ, ਮਹਾਰਾਜ ਸਭ ਦੀਆਂ ਆਸਾਂ ਪੂਰੀਆਂ ਅੱਜ ਵੀ ਕਰਦੇ ਐ। ਗੁਰੂ ਨਾਨਕ ਦੇ ਘਰੋਂ ਜੋ ਕੋਈ ਮੰਗਦਾ ਉਹਦੀ ਝੋਲੀ ਭਰ ਜਾਂਦੀ ਹੈ। ਆਨ ਬਿਰਾਜੇ ਨਿਜ ਪ੍ਰਭ ਸਦਨਾ ਸੁੰਦਰ ਕਮਲ ਪ੍ਰਫੁੱਲਤ ਬਦਨਾ। ਇਹਦੇ ਮਹਾਰਾਜ ਮੱਝਾਂ ਚਾਰ ਕੇ ਆਏ ਨੇ। ਸਤਿਗੁਰੂ ਦਾ ਸਾਰਾ ਸਰੀਰ ਮਿੱਟੀ ਦੇ ਵਿੱਚ ਲਿਬੜਿਆ, ਹੱਥ ਦੇ ਵਿੱਚ ਸੋਟਾ ਪਕੜਿਆ ਤੇ ਮਾਂ ਪਿਆਰਾ ਰਿਸ਼ਤਾ ਦੁਨੀਆ ਦਾ ਸਭ ਤੋਂ ਰੱਬ ਤੋਂ ਪਿਆਰਾ ਕੋਈ ਨਾ, ਇੱਕ ਮਾਂ ਇੱਕ ਮਾਂ ਇੱਕ ਮਾਂ। ਤੋ ਇਸ ਕਰਕੇ ਮਾਂ ਤ੍ਰਿਪਤਾ ਜੀ ਫਿਰ ਦੇਖ ਰਿਹਾ ਹੈ, ਤਰਸ ਆਇਆ, ਅੱਖਾਂ 'ਚ ਜਾਲ ਆ ਗਿਆ ਕਿ ਪਟਵਾਰੀ ਸਾਹਿਬ ਨੂੰ ਇਹ ਨਹੀਂ ਪਤਾ ਕਿ ਮੇਰੇ ਘਰ ਕੌਣ ਆਇਆ। ਇਹਨੂੰ ਆਪਣੀ ਮਾਇਆ ਦੇ ਨਾਲ ਹੀ ਹੈ। ਇਹ ਬਸ ਲੋਕਾਂ ਵੱਲ ਵੇਖ ਕੇ ਅੱਜ ਵੀ ਆਪਾਂ ਦੁਖੀ ਤਾਂ ਵਾਂ ਵੀ ਆਪਾਂ ਜਦੋਂ ਇੱਕ ਦੂਜੇ ਵੱਲ ਵੇਖਦੇ ਉਦੋਂ ਪਰੇਸ਼ਾਨ ਹੋਈਦਾ। ਉਦੋਂ ਇੱਥੇ ਕਥਾ ਚੱਲਦੀ ਹੈ, ਸਾਰਾ ਕੁਝ ਭੁੱਲ ਜਾਂਦਾ ਹੈ, ਲੱਗਦਾ ਜਿਵੇਂ ਸਵਰਗ ਹੈ। ਬਸ ਉੱਥੇ ਬਾਹਰ ਨਿਕਲ ਕੇ ਜੋੜਾ ਪਾਉਣਾ, ਫਿਰ ਕਿਸੇ ਨੇ ਕਹਿਣਾ ਜੀ ਸਾਡਾ ਬੱਚਾ ਚਲੇ ਗਿਆ, ਵਧਾਈਆਂ। ਉਹਦੀਆਂ ਵਧਾਈਆਂ ਤਾਂ ਵਿੱਚੇ ਰਹਿ ਗਈਆਂ, ਘਰ ਤੱਕ ਜਾਂਦੇ ਆ ਬੀਪੀ ਲੋ ਹੋ ਗਿਆ ਵੀ ਇਹਨਾਂ ਦਾ ਤਾਂ ਚਲੇ ਗਿਆ, ਮੇਰੇ ਕਿੱਧਰ ਤੁਰ ਪਏ। ਅੱਜ ਮੈਨੂੰ ਇਸ ਕਰਕੇ ਪਰੇਸ਼ਾਨੀ ਨਹੀਂ, ਮੇਰਾ ਘਰ ਕੱਚਾ, ਮੈਨੂੰ ਪਰੇਸ਼ਾਨੀ ਵੀ ਗੁਆਂਢੀ ਦਾ ਕਿਉਂ ਪੱਕਾ। ਅੱਜ ਮੈਨੂੰ ਪਰੇਸ਼ਾਨੀ ਨਹੀਂ ਮੇਰੇ ਕੱਪੜੇ ਪਾਟੇ, ਮੈਨੂੰ ਇਹ ਹੈ ਵੀ ਇਹਦੇ ਕਿਉਂ ਵਧੀਆ ਏ। ਇਸੇ ਚੀਜ਼ ਨੇ ਅੱਜ ਸਾਰੀ ਦੁਨੀਆ ਦਾ ਲਹੂ ਸੁਕਾਇਆ ਪਿਆ। ਜਿਹੜੀ 100 ਸਾਲ ਉਮਰ ਸੀ 50 ਰਹਿ ਗਈ ਹੈ। ਬਿਮਾਰੀਆਂ ਨਾਲ ਜਕੜੇ ਪਏ, ਸਿਰਫ ਕੀ ਇੱਕ ਦੂਜੇ ਵੱਲ ਵੇਖ ਵੇਖ ਕੇ ਹੋ ਕੇ ਲਈ ਜਾਈਦੇ। ਪਰ ਇਹ ਕਹਿੰਦੇ ਨਹੀਂ, ਜੋ ਤੇਰੇ ਕਰਮਾਂ 'ਚ ਲਿਖਿਆ ਤੈਨੂੰ ਮਿਲ ਜਾਣਾ। ਤੂੰ ਚਿੰਤਾ ਨਾ ਕਰਿਆ ਕਰ, ਚੇਤਾ ਕਰਿਆ ਕਰ। ਨਾਨਕ ਚਿੰਤਾ ਅਤ ਕਰੋ ਚਿੰਤਾ ਇਸ ਹੀ ਹੈ। ਤੋ ਇਸ ਵੇਲੇ ਮਹਿਤਾ ਕਲਿਆਣ ਜੀ ਪਟਵਾਰੀ ਨੇ, ਉਹਦਾ ਨਾਂ ਸੀ, ਪੈਸੇ ਵੀ ਚਾਹ ਰਹੇ ਕਿ ਉਹ ਚਾਹੁੰਦਾ ਮੇਰਾ ਬੱਚਾ ਮੇਰੇ ਤੋਂ ਵੱਡਾ ਆਫੀਸਰ ਬਣੇ। ਤੇ ਮਾਂ ਤ੍ਰਿਪਤਾ ਨੂੰ ਪਤਾ ਸੀ ਕਿ ਇਹ ਆਫੀਸਰ ਨਹੀਂ, ਇਹ ਤਾਂ ਸ੍ਰਿਸ਼ਟੀ ਦਾ ਮਾਲਕ ਸਾਡੇ ਘਰ ਆਇਆ ਏ। ਤੋ ਪਿਤਾ ਜੀ ਖੁਸ਼ ਹੋ ਰਿਹਾ ਵੀ ਮੱਝਾਂ ਚਾਰਦਾ ਏ ਤੇ ਆਪਣੇ ਕੰਮ ਦੇ ਵਿੱਚ ਰੁਚੀ ਰੱਖਦਾ ਏ। ਤੇ ਮਾਂ ਤ੍ਰਿਪਤਾ ਦੇ ਹੰਝੂ ਗਿਰ ਗਏ, ਕਹਿਣ ਲੱਗੇ ਵਾਹ ਧੰਨ ਮੇਰੇ ਸੱਚੇ ਪਾਤਸ਼ਾਹ ਮਹਾਰਾਜ, ਜਿਹਨੂੰ ਸਿਜਦੇ ਦੇਵੀ ਦੇਵਤੇ ਕਰਦੇ ਆ। ਮਹਿਤਾ ਕਾਲੂ ਤੂੰ ਕੀ ਜਾਣੇ ਸਾਰ ਮੇਰੇ ਨਾਨਕ ਦੀ।
ਮੱਝੀਆਂ ਚਰਾ ਕੇ ਖੁਸ਼ ਹੁੰਦਾ ਏ ਤੇ ਮਾਂ ਦੇ ਨੇਤਰ ਭਰੇ ਮਹਾਰਾਜ ਸਾਹਿਬ ਦੇ ਚਰਨਾਂ 'ਚ ਜੋੜਾ ਨਹੀਂ, ਹੱਥ ਦੇ ਵਿੱਚ ਸੋਟੀ ਹੈ, ਪਿਆਰਾ ਪਿਆਰਾ ਚਿਹਰਾ ਹੈ ਤੇ ਮਹਾਰਾਜ ਹੱਸਦੇ ਆ ਰਹੇ ਹਨ। ਤੈ ਪੁਨ ਪੀਓ ਖਾਨ ਕਰ ਅਸਨਾ, ਪੌੜੇ ਪਾਏ ਤੇ ਪਰ ਬਸਨਾ। ਮੇਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਫਿਰ ਮਾਂ ਨੇ ਦੁੱਧ ਗਰਮ ਕਰਕੇ ਲਿਆਂਦਾ, ਚੂਰੀ ਕੁੱਟ ਕੇ ਲਿਆਂਦੀ, ਭਾਵ ਮਾਂ ਸਮਝਦੀ ਹੈ ਮੇਰਾ ਰੱਬ ਆਇਆ ਏ। ਸੰਗਤੇ ਜਿੱਥੇ ਪਿਆਰ ਹੋਵੇ ਨਾ, ਉਹਨੇ ਆਉਣਾ ਹੋਵੇ ਘਰੇ ਤੇ ਪਹਿਲਾਂ ਹੀ ਸਮਾਨ ਹੋ ਬਣ ਜਾਂਦਾ। ਇਹਨੂੰ ਪਿਆਰ ਕਹਿੰਦੇ। ਤੇ ਜਦੋਂ ਕਿਸੇ ਨੂੰ ਪਿਆਰ ਨਾ ਹੋਵੇ, ਅਗਲਾ ਬੈਠਾ ਹੋ, ਚਾਹ ਪੀਓਗੇ? 5 ਮਿੰਟ ਬਾਅਦ ਬਣਾਈਏ। ਉਥੋਂ ਪਤਾ ਲੱਗ ਜਾਂਦਾ ਹੈ ਕਿ ਇਹ ਸੁਲਾ ਵਾਲਾ ਹੀ ਨੇ ਕਰਨਾ, ਬੰਨਾ ਕੁਛ ਨਹੀਂ ਹੈ। ਜਿਨ੍ਹਾਂ ਨੇ ਕਰਨਾ ਹੋਵੇ ਉਹ ਤਾਂ ਪਹਿਲਾਂ ਹੀ ਤਿਆਰੀ ਕਰਕੇ ਬੈਠੇ, ਬੈਠਣ ਦੀ ਦੇਰ ਹੈ ਤੇ ਟੇਬਲ ਭਰ ਜਾਂਦੇ ਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਪ੍ਰੇਮ ਦੀ ਬਾਤ ਬਾਰੇ ਤੇ ਮਾਂ ਪ੍ਰੇਮ ਦੇ ਵਿੱਚ ਜਿੰਨੇ ਵੀ ਪਦਾਰਥ ਬਣੇ ਲੈ ਕਰਕੇ ਮਹਾਰਾਜ ਦੇ ਸਨਮੁਖ ਹੋਏ। ਆਲੋ ਉਠਿਓ ਵੱਡੀ ਪੁਨ ਸਾਰਾ, ਸਤਨਾਮ ਕੋਟ ਬਚਨ ਉਚਾਰਾ। ਇਹਦੇ ਇਸ ਤਰ੍ਹਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਲ ਪਾਣੀ ਛਕਿਆ ਤੇ ਕੱਪੜਾ ਚਿਹਰੇ ਤੇ ਲੈ ਕੇ ਸੌਂ ਗਏ। ਹੁਣ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਸੌਂ ਗਏ ਤੇ ਬਾਕੀ ਸਾਰੇ ਵੀ ਸੌਂ ਗਏ, ਜਦੋਂ ਬਾਬੇ ਨੇ ਵੇਖਿਆ ਸਾਰੇ ਸੌਂ ਗਏ, ਮਹਾਰਾਜ ਉੱਠ ਕੇ ਪਾਠ ਕਰਨ ਲੱਗੇ। ਪਿੰਨੀ ਰਹਿਣਗੇ ਜਾਗੈ ਸੰਤ ਜਨਾ ਮੇਰੇ ਨਾਮ ਤੇ ਆਵੇ। ਅਸਲ ਵਿੱਚ ਜਿਹਨੂੰ ਪਿਆਰ ਹੈ ਨਾ, ਉਹ ਜ਼ਰੂਰ ਜਾਗਦਾ। ਚੋਰ ਵੀ ਜਾਗਦਾ ਕਿਉਂਕਿ ਉਹਨੂੰ ਪਤਾ ਲੋਕ ਸੌ ਜਾਣਗੇ ਚੋਰੀ ਕਰੋ। ਤੋ ਇਸ ਕਰਕੇ ਰੱਬ ਦੇ ਪਿਆਰੇ ਵੀ ਜਾਗਦੇ ਆ ਕਿਉਂਕਿ ਉਹਨਾਂ ਲਾਹਾ ਲੈਣਾ ਹੈ। ਤੇ ਬਾਬਾ ਕਬੀਰ ਸਾਹਿਬ ਜੀ ਜਾਗਦੇ ਸੀ ਤੇ ਉਹਨਾਂ ਨੇ ਇੱਕ ਖੌਫ ਵੇਖਿਆ, ਸਮਾਂ ਸੰਪੂਰਨ ਹੋ ਗਿਆ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਚੌਂਕੜਾ ਮਾਰ ਕੇ ਬੰਦਗੀ ਕਰਦਾ ਸੀ, ਕਿਸੇ ਦੇ ਰੋਣ ਦੀ ਆਵਾਜ਼ ਹੈ। ਜਦੋਂ ਮੈਂ ਨੇਤਰ ਖੋਲੇ ਤੇ ਕੀ ਵੇਖਿਆ, ਇੱਕ ਚਕਵਾ ਮੇਰੇ ਕੋਲੋਂ ਲੰਘ ਰਿਹਾ ਤੇ ਰੋ ਰਿਹਾ। ਮੈਂ ਪੁੱਛਿਆ ਵੀ ਸਾਰੇ ਲੋਕੀ ਸੁੱਤੇ ਆ, ਤੈਨੂੰ ਨੀਂਦ ਨਹੀਂ ਆਉਂਦੀ? ਜਿੱਦਾਂ ਤੁਹਾਡੇ ਚ ਕਈ ਅੰਮ੍ਰਿਤ ਵੇਲੇ ਦੇ ਅਭਿਆਸੀ ਹੈ ਤੇ ਗਾਲਾਂ ਬਹੁਤ ਪੈਂਦੀਆਂ ਕਰੋ, ਕਈ ਵਾਰੀ ਮੈਨੂੰ ਪੈ ਜਾਂਦੀਆਂ ਕਿਉਂਕਿ ਜਦੋਂ 2 ਵਜੇ ਦਾ ਅਲਾਰਮ ਵੱਜਦਾ ਹੈ ਤੇ ਜੇ 2 ਵਜੇ ਤਾਂ ਨੀਂਦ ਹੁੰਦੀ ਹੈ, ਉਹ ਜਿਹੜੇ ਲਾਗੇ ਵਾਲੇ ਹੁੰਦੇ ਤੇ ਉਹ ਕਹਿੰਦੇ ਵੀ ਬੜਾ ਲਹੂ ਪੀਤਾ ਤੁਸੀਂ। ਇਹ ਕੋਈ ਡਿਊਟੀ ਹੈ, ਉਦੋਂ ਕਿ ਨੀਂਦ ਆਉਂਦੀ, ਸਾਰਿਆਂ ਨੂੰ ਖਾ ਕੇ ਭਾਜਨ ਦੇ ਮੁੜ ਕੇ ਆਰਾਮ ਨਹੀਂ ਆਉਂਦਾ। ਤੁਹਾਡੇ 'ਚ ਕਈ ਭੈਣਾਂ ਵੀਰ ਤੜਕੇ ਸੇਵਾ ਵਾਲੇ ਹੋਣਗੇ, ਜਿਹੜੇ ਘਰ 'ਚ ਮੇਰੇ ਵਰਗੇ ਭਲੇ ਪੁਰਸ਼ ਨੇ ਨਾ, ਉਹ ਤਾਂ ਬਹੁਤ ਫਿਰ ਨੇਰੀ ਲਿਆ ਦਿੰਦੇ ਸੀਸਾਂ ਦੇ। ਕਹਿੰਦੇ ਇੱਥੇ ਗੁਰਦੁਆਰੇ ਰਹਿ ਪਿਆ ਕਰੋਗੇ, ਕੀ ਲੈਣਾ ਉਹਦੇ ਦੀ ਆਖੋ ਸਤਿ। ਬਾਬਾ ਕਬੀਰ ਸਾਹਿਬ ਕਹਿੰਦੇ ਤੂੰ ਕਾਤੋਂ ਰੋਣਾ ਏ? ਚੱਕਵੇ ਨੇ ਆਖਿਆ ਫਕੀਰਾ ਮੇਰਾ ਪਿਆਰਾ ਵਿਛੜ ਗਿਆ, ਮੈਂ ਲੱਭਦਾ ਫਿਰਦਾ ਏ। ਇੰਨੇ ਚਿਰ ਨੂੰ ਚੱਕਵੀ ਆਈ ਤੇ ਉਹਦੀ ਆਵਾਜ਼ ਆਈ ਤੇ ਬਾਬਾ ਕਬੀਰ ਕਹਿੰਦੇ ਤੂੰ ਕਿਉਂ ਰੋਣੀ ਹੈ? ਕਹਿੰਦੀ ਵੇ ਫਕੀਰਾ ਇੱਥੋਂ ਮੇਰਾ ਪਿਆਰਾ ਲੰਘਿਆ ਸੀ, ਮਿਲਿਆ ਤੇ ਵਿਛੜ ਗਿਆ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਕਮਾਲ, ਉਹ ਤੈਨੂੰ ਰੋਈ ਜਾਂਦਾ, ਤੂੰ ਉਹਨੂੰ ਰੋਈ ਜਾਂਦੀ, ਮਾਜਰਾ ਕੀ ਹੈ? ਕਹਿੰਦੀ ਦਰਅਸਲ ਫਕੀਰਾ ਸੀ ਇੱਕ ਦੂਜੇ ਬਿਨਾਂ ਰਹਿ ਨਹੀਂ ਸਕਦੇ, ਤਾਂ ਰੋ ਰਹੇ ਹੈ। ਤੇ ਬਾਬਾ ਕਬੀਰ ਸਾਹਿਬ ਵੀ ਰੋ ਰਹੇ। ਉਹ ਕਹਿੰਦੀ ਤੈਨੂੰ ਕੀ ਹੋਇਆ, ਤੂੰ ਕਾਹਤੋਂ ਰੋਇਆ? ਕਹਿੰਦਾ ਤੁਸੀਂ ਵੀ ਪਿਆਰ ਕਰਦੇ ਤੇ ਮੈਂ ਵੀ ਕਰਦਾ ਏ, ਤੁਸੀਂ ਤਾਂ ਸਵੇਰੇ ਮਿਲ ਪੈਣਾ ਏ ਪਰ ਮੈਂ ਰੋਣਾ ਏ, ਕਿੰਨੇ ਸਾਲ ਹੋ ਗਏ ਜੇ ਤਾਈਂ ਮੈਨੂੰ ਰੱਬ ਮਿਲਿਆ ਹੀ ਨਹੀਂ। ਫਿਰ ਉਹਨਾਂ ਸ਼ਲੋਕ ਉਚਾਰਿਆ, ਕਬੀਰ ਚੱਕਈ ਜੋ ਨਿਸਬੀਸ਼ੁਰੈ, ਆਏ ਮਿਲੈ ਪ੍ਰਭਾਤ, ਜੋ ਨਰ ਵਿਛਰੇ ਰਾਮ ਸਿਉ ਨਾ ਦਿਨ ਮਿਲੇ ਨਾ। ਕਹਿੰਦੇ ਮੈਂ ਦੁਨੀਆ ਦਾ ਕੀ ਕਰਾਂ ਪਿਆਰਿਓ, ਜਿਹੜੇ ਰਾਤ ਨੂੰ ਵਿਛੜੇ ਚੱਕਵੀ ਤੇ ਚੱਕਵਾ ਸਵੇਰੇ ਮਿਲ ਪਏ। ਕਹਿੰਦੇ ਆ ਦੁਨੀਆ ਰੋਟੀਆਂ ਖਾ ਕੇ ਕੱਪੜੇ ਪਾ ਕੇ ਬਾਜ਼ਾਰਾਂ 'ਚ ਫਿਰ ਕੇ ਤੁਰੀ ਫਿਰਦੀ, ਇਹਨਾਂ ਨੂੰ ਚੇਤਾ ਹੀ ਭੁੱਲ ਗਿਆ ਕਿ ਅਸੀਂ ਵੀ ਇੱਥੇ ਆਏ ਧਰਤੀ ਤੇ ਭਈ ਪ੍ਰਾਪਤ ਮਾਨੁਖ ਦੇ ਪ੍ਰਿਆ, ਗੋਬਿੰਦ ਮਿਲਣਗੀ ਇਹ ਤੇਰੀ ਬਰੀਆ। ਕਹਿੰਦੇ ਚੱਕਵੀ ਚੱਕਵਾ ਦਿਨ ਚੜਿਆ ਤੇ ਮਿਲ ਪਏ, ਪਰ ਮੈਂ ਇਹਨਾਂ ਦਾ ਕੀ ਕਰਾਂ ਜਿਹੜੇ 50-50 ਸਾਲਾਂ ਦੇ ਹੋ ਗਏ, 17-17 ਸਾਲਾਂ ਦੇ, ਅਜੇ ਵੀ ਕਹਿੰਦੇ ਪ੍ਰਾਹੁਣੇ ਆਉਣੇ ਆ ਤਾਂ ਬੋਤਲ ਹੀ ਲੈ ਆਓ। ਇਹਨਾਂ ਨੂੰ ਮੈਂ ਕਿੱਦਾਂ ਸੁਧਾਰਾਂ, ਕੀ ਕਰਾਂ ਇਹਨਾਂ ਦਾ? ਘਰ ਬਜ਼ੁਰਗੀ ਬਾਏ ਦਾਤ ਕੁਲ ਬੰਦਗੀ, ਵਰਨਾ ਆਖਰ ਮੇ ਕਸ਼ੀ ਸਰਵਿੰਦਗੀ। ਗੁਰੂ ਗਰੀਬ ਨਵਾਜ ਕਿਰਪਾ ਕਰਨ, ਜਿੱਥੋਂ ਜਿੱਥੋਂ ਸੰਗਤ ਚੱਲ ਕੇ ਆਈ ਕੀ ਆਇਆ। ਸੋ
महाराज सच्चे पातशाह कृपा करन बापू जी ਨੂੰ ਬੇਨਤੀ 200 ਰੁਪਏ ਇਹਨਾਂ ਗੁਰਮੁਖਾਂ ਦੀ ਝੋਲੀ ਚ ਪਾਓ ਜਿਨ੍ਹਾਂ ਨੇ ਸਹਿਜ ਪਾਠ ਦੀ ਸੇਵਾ ਨਿਭਾਈ ਹੈ। ਬਾਪੂ ਪ੍ਰਦੁਮਨ ਸਿੰਘ ਜੀ ਤੇ ਬਾਬਾ ਬਲਵੀਰ ਸਿੰਘ ਜੀ ਭੁੱਖੀਵਾਲ। ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ ਆਪ ਸੰਗਤਾਂ ਦੀ ਯਾਤਰਾ ਸਫਲ ਹੋਵੇ ਜੀ। ਆਓ 2-4 ਮਿੰਟ ਜੁੜਿਓ। ਵਾਹਿਗੁਰੂ 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 कीर्तन श्रवण करिए। वाहिगुरू जी का